निशानी चंद निशा परी सुपते पुने पुट प्रात नहाए करो करहा बरताए कै हरखत ही खाए। 3 दिवस बीते बस्त कै संध्या काला चले काल को लवपुरी होए काज विसाला। वाहिगुरु जी का खालसा वाहिगुरु जी की फतेह। जोगो जोग अटल दसां पातशाहियां दी आत्मक जागदी जोत सतगुर बाणी पुरख पुरखोतम बाणी स्यों चित लावै गो। गुरबाणी सुनत मेरा मन दरव्या मन भीना निज घर आवे गो। धन गुरु ग्रंथ साहिब जी महाराज जी दी पावन पवित्र छतर छाया हेठ जुड़ बैठी बहुत ही सत्कार ते सन्मान योग गुरु रंग च रंगी हुई गुरु का खास रूप गुरु खालसा साध संगत जियो। जिनके भाग बड़े हैं भाई तिन साधु संग मुख जुरे। वड्डियां भागां वाले हो। नेता प्रति गुरु चरना विच साहब 9वें पातशाह तिलक जंजू दे राखे श्री गुरु तेग बहादुर साहब गरीबन बाज पातशाह दे पावन पवित्र दरबार विच हाजरियां भर के 9वें पातशाह दीयां खुशियां प्राप्त करदे हो। उत्थे नाल गुर इतिहास दी चल रही लड़ीवार कथा बहुत ही अदब सत्कार ते शरधा सहित सरवण कर रहे। चंदू अनेक प्रकार दे पाप चित वरिहा है खोटे उपाय चित वरिहा है। किसी तरीके गुरु अर्जन देव साहब नूं मैं लाहौर बुलावां और इत्थे बुला के उन्हां ते अनेकां प्रकार दे दोष आरोपण करके किसी तरीके कैद कर लवां। बादशाह नाले ने गलबात कीती। बादशाह दे मूंहों ये गल कढ़वा लई कि हाँ तू पृथ्वी चंद नूं मेरे कोल सद लै। पृथ्वी चंद दा पक्ष मैं सुणांगा। सुन के गवाहां दी गवाही लवांगा निर्णय करांगा कि गुरु अर्जन देव साहब दा कोई दोष है भी कि नहीं। चंदू सुन के खुश होया। इन्हें बाबे पृथ्वी चंद नूं उसे वेले चिट्ठी भेजी कि तू जिन्ना छेती हो सके लाहौर आ जा। पृथ्वी ने तैयारी की घरों चलन लगा ते बड़े माड़े शगन इहनूं दिसे। करमों कहंदी पति जी ना जाओ मेरी सज्जी अख फरकी जाती है किते कुछ माड़ा ना हो जाए। तुरकां कोल जाना चंगा नहीं। इन्हां तुरकां दा नहीं कोई पता भी किहड़े पासों पुठे पै जाण। किते भली करदिआं अपने नाल ही बुरी ना हो जाए। चंगा भला वधिया रोटी खा रहे हैं घर बैठे। छड्डो गुरता गद्दी दी इच्छा नूं। पृथ्विया कहंदा करमो तेरी मत ते पड़दा पै गया। गुरता गद्दी तां हुण मिल रही है ते मैं पिछे हट जा। पृथ्वी चंद चले अपने नाल कुछ चेलियां नूं लै के। बड़ी छेती नाल तुरिया जांदा श्री तरन ताਰਨ साहब पहुंचिया। ਇਹਦੇ ਨਾਲ ਕੁਝ ਇਹਦੇ ਸੇਵਕ ਸਿੱਖ ਸੀ। ਉਹਨਾਂ ਨੇ ਜਦੋਂ ਤਰਨ ਤਾਰਨ ਸਾਹਿਬ ਵੇਖਿਆ ਕਹਿੰਦੇ ਜੀ ਇੱਥੇ ਗੁਰੂ ਸਾਹਿਬ ਦਾ ਲਵਾਇਆ ਤੀਰਥ ਹੈ ਇਸ਼ਨਾਨ ਹੀ ਕਰਦੇ ਜਾਈਏ। ਕਹਿੰਦਾ ਛੱਡੋ ਇਹ ਛੱਪੜੀ 'ਚ ਕੀ ਨਹਾਉਣਾ ਤੀਰਥ ਤਾਂ ਅੱਗੇ ਹੈ ਮੈਂ ਵਸਾਇਆ ਜਿਹੜਾ ਨਗਰ ਉੱਥੇ ਚੱਲੋ। ਹੇਹਰ ਪਿੰਡ ਲੈ ਪਹੁੰਚਿਆ। ਉੱਥੇ ਪ੍ਰਿਥੀ ਚੰਦ ਨੇ ਇੱਕ ਤੀਰਥ ਬਣਾਇਆ ਹੋਇਆ ਸੀ ਆਪਣਾ ਸਰੋਵਰ। ਛੱਪੜੀ ਤਾਂ ਉਹ ਸੀ ਅਸਲ ਵਿੱਚ। एक छप्पड़ जिहा तलाब जिहा बनाया होया सी।
ਕਹਿੰਦਾ ਇੱਥੇ ਇਸ਼ਨਾਨ ਕਰੋ, ਜਿਹਨੇ ਕਰਨਾ ਇੱਥੇ ਇਸ਼ਨਾਨ ਕਰਕੇ ਤੁਹਾਡੀਆਂ ਕਾਮਨਾ ਪੂਰੀਆਂ ਹੋਣਗੀਆਂ। ਪ੍ਰਿਥੀ ਚੰਦ ਨੇ ਇੱਥੇ ਜਿਵੇਂ ਡੇਰਾ ਕੀਤਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਇਤਿਹਾਸ ਸਰਵਣ ਕਰੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੇ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦੇ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਸ਼ਾਨੀ ਚੰਦ ਨਿਸਾ ਪਰੀ ਸੁਪਤੇ ਪੁਨੇ ਉਠ ਪ੍ਰਾਤ ਨਹਾਏ। ਰਾਤ ਪੈ ਗਈ ਸੀ ਹੇਹਰ ਪਿੰਡ ਜਦੋਂ ਪ੍ਰਿਥੀ ਚੰਦ ਆਪਣੇ ਚੇਲਿਆਂ ਨੂੰ ਲੈ ਕੇ ਇੱਥੇ ਪਹੁੰਚਿਆ, ਨੌਕਰਾਂ ਨੂੰ ਸਿੱਖਾਂ ਨੂੰ ਲੈ ਕੇ ਪਹੁੰਚਿਆ। ਲੰਗਰ ਪ੍ਰਸ਼ਾਦਾ ਛਕ ਕੇ ਇਹਨਾਂ ਨੇ ਰਾਤ ਬਤੀਤ ਕੀਤੀ ਹੈ। ਅਗਲੇ ਦਿਨ ਸਵੇਰ ਹੋਈ, ਉਸ ਵਕਤ ਇਹਦੇ ਜਿੰਨੇ ਚੇਲੇ ਸਨ ਪ੍ਰਿਥੀ ਚੰਦ ਦੇ ਬਣਾਏ ਹੋਏ ਉਸ ਛੱਪੜ ਦੇ ਵਿੱਚ ਉਹਨਾਂ ਨੇ ਨਹਾਣਾ ਕੀਤਾ ਹੈ। ਕਰਿਓ ਕਰਾਹ ਬਰਤਾਏ ਕੈ ਹਰਖਤ ਹੀ ਖਾਏ। ਪ੍ਰਿਥੀ ਚੰਦ ਨੇ ਆਪ ਵੀ ਉਹਦੇ ਵਿੱਚ ਇਸ਼ਨਾਨ ਕੀਤਾ। ਕਹਿੰਦਾ ਇਹਦੇ ਵਰਗਾ ਤਾਂ ਤੀਰਥ ਹੀ ਕੋਈ ਨਹੀਂ ਦੁਨੀਆ 'ਚ, ਇਹ ਤਾਂ ਸਾਰੇ ਤੀਰਥਾਂ ਦਾ ਰਾਜਾ ਤੀਰਥ ਹੈ। ਆਪ ਵੀ ਨਹਾ ਕੇ ਉਸ ਵਕਤ ਇਹਨੇ ਕੜਾਹ ਪ੍ਰਸ਼ਾਦ ਦੀ ਦੇਗ ਵੀ ਤਿਆਰ ਕੀਤੀ, ਕਰਵਾਈ, ਔਰ ਉਹ ਕੜਾਹ ਪ੍ਰਸ਼ਾਦ ਦੀ ਦੇਗ ਆਪਣੇ ਚੇਲਿਆਂ ਵਿੱਚ ਵਰਤਾਈ, ਨਾਲੇ ਆਪ ਖਾਧੀ। 3 ਦਿਵਸ ਬੀਤੇ ਬਸਤ ਕੈ ਸੰਧਿਆ ਕਾਲਾ। ਪ੍ਰਿਥੀਏ ਨੂੰ ਇੱਥੇ ਰਹਿੰਦਿਆਂ 3 ਦਿਨ ਬੀਤ ਗਏ, ਕਿਉਂਕਿ ਕਹਿੰਦਾ ਸੀ ਆਪਾਂ 2-3 ਦਿਨ ਰਹਾਂਗੇ ਉੱਥੇ। 3 ਦਿਨ ਬੀਤ ਗਏ। ਜਦੋਂ ਤੀਜਾ ਦਿਨ ਬੀਤਿਆ, ਸ਼ਾਮ ਦਾ ਸਮਾਂ ਹੋਇਆ। ਚਲੇ ਕਾਲ ਕੋ ਲਵਪੁਰੀ ਹੋਏ ਕਾਜ ਵਿਸਾਲਾ। ਕਾਲ ਤਾਂ ਬੜੀ ਸੀ ਇਹਨੂੰ ਲਾਹੌਰ ਜਾਣ ਦੀ। 3 ਦਿਨ ਇਹ ਤਾਂ ਰੁਕਿਆ ਸੀ ਕਿਉਂਕਿ ਚੰਦੂ ਦਾ ਇਸ਼ਾਰਾ ਚਾਹੁੰਦਾ ਸੀ ਕਿ ਚੰਦੂ ਦਾ ਜਦੋਂ ਇਸ਼ਾਰਾ ਹੋਵੇਗਾ ਮੈਂ ਫਿਰ ਲਾਹੌਰ ਜਾਵਾਂ। ਉਧਰੋਂ ਚੰਦੂ ਨੇ ਕਹਿ ਦਿੱਤਾ ਵੀ ਕੱਲ ਨੂੰ ਤੂੰ ਆ ਜਾਈਂ। ਤੇ 3 ਦਿਨ ਜਦੋਂ ਬੀਤ ਗਏ, ਤੀਸਰੇ ਦਿਨ ਸ਼ਾਮ ਨੂੰ ਆਪਣੇ ਸਾਰਿਆਂ ਸੇਵਕਾਂ ਨੂੰ ਕਹਿੰਦਾ ਕਿ ਕੱਲ ਸਵੇਰੇ ਆਪਾਂ ਇੱਥੋਂ ਚਾਲਾ ਪਾਉਣਾ, ਲਾਹੌਰ ਜਾਵਾਂਗੇ। ਚੰਦੂ ਕਰੇ ਪ੍ਰਤੀਖਨਾ ਇੱਕ ਸਿੱਖ ਮਿਲ ਆਇਆ। ਆਪਣਾ ਬੜਾ ਵੱਡਾ ਕੰਮ ਹੈ, ਜਿਹੜਾ ਕੰਮ ਲਾਹੌਰ ਜਾ ਕੇ ਪੂਰਾ ਹੋਣਾ। ਕੱਲ ਆਪਾਂ ਲਾਹੌਰ ਚੱਲਾਂਗੇ, ਉੱਥੇ ਦੀਵਾਨ ਚੰਦੂ ਸਾਡੀ ਉਡੀਕ ਕਰ ਰਿਹਾ। ਉਹਨੂੰ ਮੇਰਾ ਇੱਕ ਸਿੱਖ ਜਿਹੜਾ ਉਹ ਮਿਲ ਕੇ ਆਇਆ। ਉਹਨੇ ਕਹਿ ਦਿੱਤਾ ਚੰਦੂ ਨੇ ਕਿ ਕੱਲ ਨੂੰ ਤੁਸੀਂ ਆ ਜਾਓ। ਅਰਜਨ ਕੋ ਮਾਰਿਓ ਚਹਿ ਲੈ ਮੋਏ ਸਹਾਇਆ। ਚੰਦੂ ਮੇਰਾ ਬੜਾ ਗੂੜਾ ਮਿੱਤਰ ਬਣ ਚੁੱਕਾ ਹੈ। ਉਹ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨਾ ਚਾਹੁੰਦਾ ਹੈ, ਔਰ ਉਹਦੇ ਵਿੱਚ ਉਹ ਮੇਰੀ ਮਦਦ ਚਾਹੁੰਦਾ ਹੈ। ਤੇ ਮੇਰੇ ਕੋਲੋਂ ਜਿੰਨੀ ਹੋ ਸਕੀ ਉਹ ਮਦਦ ਮੈਂ ਦੀਵਾਨ ਚੰਦੂ ਦੀ ਜ਼ਰੂਰ ਕਰਾਂਗਾ। ਨਿਸਾ ਪਈ ਭੋਜਨ ਅਚਿਓ ਦਦ ਸਿੱਖ ਨੇ ਆਨਾ। ਰਾਤ ਪਈ ਇਹਨੇ ਭੋਜਨ ਛਕਿਆ ਸਾਰਿਆਂ ਨੇ। ਇਹਦਾ ਇੱਕ ਸਿੱਖ ਸੀ, ਉਹ ਦਹੀਂ ਲੈ ਕੇ ਆਇਆ। ਸੂਖਮ ਚਾਵਰ ਸਾਗ ਸੋ ਕੀ ਨਸਬੋ ਖਾਨਾ। ਰਾਤ ਦਾ ਟਾਈਮ ਸੀ, ਉਧਰੋਂ ਦਹੀਂ ਮੰਗਾ ਲਈ, ਦਹੀਂ ਲੈ ਆਇਆ ਇਹਦਾ ਸਿੱਖ। ਉਧਰੋਂ ਚਾਵਲ ਤੇ ਸਾਗ ਬਣਿਆ ਹੋਇਆ। ਚਾਵਲਾਂ 'ਚ ਇਹਨੇ ਸਾਗ ਵੀ ਪਾ ਲਿਆ, ਨਾਲ ਦਹੀਂ ਵੀ ਪਾ ਲਈ। ਹੁਣ ਰਾਤ ਵੇਲੇ ਵੈਦਿਕ ਕਹਿੰਦੀ ਹੈ ਵੀ ਦਹੀਂ ਖਾਣੀ ਯੋਗ ਨਹੀਂ। ਫਿਰ ਉਹ ਚਾਵਲ ਉਹ ਵੀ ਬੈ ਹੁੰਦੇ ਨੇ, ਦਹੀਂ ਵੀ ਭਾਰਾ ਹੁੰਦਾ ਹੈ, ਉਹਦੇ ਵਿੱਚ ਵੀ ਬੈ ਹੈ। ਫਿਰ ਸਾਗ ਵੀ ਬੈਵਾਦੀ ਹੁੰਦਾ ਹੈ। ਉਹ ਸਾਰੀਆਂ ਚੀਜ਼ਾਂ ਇਹਨੇ ਮਿਲਾ ਕੇ ਜਿਹੜੀਆਂ ਸੀ ਰਾਤ ਨੂੰ ਚੌਲ ਬਣੇ ਹੋਏ ਸਵਾਦ ਵਿੱਚ ਖਾ ਗਿਆ। ਸਵਾਦ ਸਾਥ ਅਚ ਬਹੁ ਗਇਓ ਹੋਨਹਾਰ ਖਵਾਇਓ। ਸਵਾਦ ਕਰਕੇ ਉਹ ਚਾਵਲ ਜਿਹੜੇ ਪਹਿਲਾਂ ਥੋੜੇ ਖਾਣੇ ਸੀ ਬਹੁਤ ਜ਼ਿਆਦਾ ਖਾ ਗਿਆ, ਗਲੇ ਤੱਕ ਪੇਟ ਭਰ ਲਿਆ। ਇੰਨਾ ਸਵਾਦ ਲੱਗਾ ਇਹਨੂੰ ਸਾਗ ਤੇ ਚੌਲ ਤੇ ਨਾਲ ਦਹੀਂ ਖਾ ਕੇ ਪੂਰਾ ਪੇਟ ਭਰ ਲਿਆ। ਕਹਿੰਦੇ ਹੋਣੀ ਨੇ ਖਵਾਇਆ। ਇਹਦਾ ਵੇਖੀ ਜ਼ੋਰ ਸੀ, ਹੋਣੀ ਜਿਹੜੀ ਵਰਤਣੀ ਸੀ
ਉਹਨੇ ਖਵਾਇਆ। कर लो पर के उदर को निस्मय सुपतायो। ਕਾਲ ਤੱਕ ਪੇਟ ਭਰ ਕੇ ਨਾ ਚੰਗੀ ਤਰ੍ਹਾਂ ਵੀ ਹੋਰ ਜਦੋਂ ਅੰਦਰ ਜਾਉਣੇ ਬੰਦ ਹੋ ਗਏ ਚੋਲ, ਗਲ ਤੱਕ ਜਦੋਂ ਪੂਰਾ ਭਰ ਗਿਆ ਪੇਟ, ਫੇਰ ਇਹਦੇ ਖਾਣੇ ਬੰਦ ਕੀਤੇ ਤੇ ਖਾ ਕੇ ਮੁੜ ਕੇ ਕੁਝ ਟਹਿਲਿਆ ਨਹੀਂ, ਮੰਜੇ ਤੇ ਪਿਆ ਉੱਥੇ ਹੀ ਸੌਂ ਗਿਆ, ਲੇਟ ਗਿਆ। अर्ध निशा बद हाजमा है जा होए आवा। ਅੱਧੀ ਕੁ ਰਾਤ ਦਾ ਸਮਾਂ ਬੀਤਿਆ ਤੇ ਪੇਟ ਵਿੱਚ ਸੂਲ ਉੱਠਿਆ ਬੜੇ ਜ਼ੋਰ ਨਾਲ ਪ੍ਰਿਥੀਏ ਦੇ। ਇੱਕਦਮ ਬੜਾ ਭਿਆਨਕ ਸੂਲ ਉੱਠਿਆ, ਇੰਨਾ ਭਿਆਨਕ ਸੂਲ ਉੱਠਿਆ ਵੀ ਉਹਦੇ ਨਾਲ ਵਿਆਕੁਲ ਹੋ ਗਿਆ, ਬਦ ਹਾਜਮਾ ਹੋ ਗਿਆ, ਔਰ ਬਦ ਹਾਜਮਾ ਹੋਣ ਕਰਕੇ ਹੈਜਾ ਹੋ ਗਿਆ, ਉਲਟੀਆਂ ਲੱਗ ਗਈਆਂ, ਦਸਤ ਲੱਗ ਗਏ। सूल उठ्यो जन सूल चुभ दुख ते बिकुलावा। ਹੈਜੇ ਨਾਲ ਇਹਨੂੰ ਉਲਟੀਆਂ ਲੱਗ ਗਈਆਂ, ਦਸਤ ਲੱਗ ਗਏ, ਉਧਰ ਪੇਟ ਵਿੱਚ ਮਰੋੜ ਉੱਠੇ, ਸੂਲ ਬੜਾ ਭਿਆਨਕ ਉੱਠਿਆ। ਜਿਵੇਂ ਕਿਸੇ ਨੂੰ ਸੂਲ ਨਹੀਂ ਚੁਭਦਾ ਤੇ ਬੜੀ ਪੀੜਾ ਹੁੰਦੀ ਹੈ, ਏਦਾਂ ਪ੍ਰਿਥੀਏ ਦੇ ਪੇਟ ਦੇ ਵਿੱਚ ਸੂਲ ਉੱਠਦਾ ਹੈ। हाय हाय मुख करत है जागे नर पासू। ਹਾਏ ਹਾਏ ਕਰੀ ਜਾਂਦਾ ਦਰਦ ਨਾਲ ਕਰਾਉਂਦਾ ਹੋਇਆ। ਇਹਦੇ ਜਿਹੜੇ ਨਾਲ ਦੇ ਇਹਦੇ ਚੇਲੇ ਸਨ, ਸੇਵਕ ਸਨ, ਸਾਰੇ ਜਾਗ ਗਏ। कहाँ जतन को तब करें ने औखद रासू। ਹੁਣ ਉਸ ਵੇਲੇ ਹੇਹਰ ਪਿੰਡ ਦੇ ਵਿੱਚ ਰਾਤ ਦਾ ਟਾਈਮ ਹੈ, ਅੱਧੀ ਰਾਤ ਦਾ ਸਮਾਂ ਸੀ, ਨਾ ਕੋਈ ਡਾਕਟਰ ਵੈਦ ਲੱਭੇ। ਹੁਣ ਕੀ ਕਰੀਏ, ਕੀ ਯਤਨ ਕਰੀਏ, ਕੀ ਦੇਈਏ ਇਹਨੂੰ। ਹੁਣ ਉਹਨਾਂ ਨੂੰ ਕੋਈ ਯਤਨ ਨਾ ਸੁੱਝੇ, ਨਾ ਕੋਈ ਉੱਥੇ ਨੇੜੇ ਤੇੜੇ ਵੈਦ ਨਜ਼ਰ ਆਇਆ। ने हकीम को ग्राम में कछु होए ना उपाई। ਦੇਖੋ ਪਰਮੇਸ਼ਰ ਦੀ ਹੋਣੀ ਪਿੰਡ ਦੇ ਵਿੱਚ ਉਸ ਵੇਲੇ ਕੋਈ ਹਕੀਮ ਹੀ ਨਹੀਂ ਸੀ, ਸਾਰੇ ਪਿੰਡ 'ਚ ਕੋਈ ਵੈਦ ਹੀ ਨਹੀਂ ਸੀ, ਸਾਰੇ ਪਿੰਡ 'ਚ। ਹਾਲਾਂਕਿ ਜੇ ਤਰਨਤਾਰਨ ਸਾਹਿਬ ਰੁਕ ਜਾਂਦਾ ਰਾਤ ਤੇ ਉੱਥੇ ਕੋਈ ਨਾ ਕੋਈ ਇਹਦਾ ਇਲਾਜ ਹੋ ਵੀ ਸਕਦਾ ਸੀ, ਪਰ ਹੋਣੀ ਜਿਹੜੀ ਹੈ ਨਾ ਉਹ ਬੜੀ ਬਲਵਾਨ ਹੁੰਦੀ ਹੈ। ਜਿੱਥੇ ਕਾਲ ਆਇਆ ਹੁੰਦਾ ਨਾ ਉੱਥੇ ਉਹ ਲੈ ਹੀ ਜਾਂਦੀ ਹੈ ਪ੍ਰੇਰ ਕੇ। ਬੰਦਾ ਸੋਚਦਾ ਰਹਿੰਦਾ ਹੈ ਵੀ ਆਹ ਕਰ ਲੈਂਦਾ ਤੇ ਸ਼ਾਇਦ ਆਹ ਕੁਝ ਨਾ ਹੀ ਹੁੰਦਾ, ਉਹ ਤੇ ਫਿਰ ਸੋਚਾਂ ਹੀ ਰਹਿ ਜਾਂਦੀਆਂ ਬਾਅਦ ਵਿੱਚ। ਪਿੰਡ ਦੇ ਵਿੱਚ ਸਾਰੇ ਵਿੱਚ ਹੇਹਰ ਪਿੰਡ ਦੇ ਵਿੱਚ ਕੋਈ ਹਕੀਮ ਨਹੀਂ ਸੀ, ਕੋਈ ਹਕੀਮ। ਘਰਾਂ ਦੁਆਂ ਚਾਰਾਂ ਵਿੱਚ ਜਾ ਕੇ ਇਹਦੇ ਚੇਲੇ ਦੌੜੇ ਭੱਜੇ ਜਿੰਨਾ ਕੁ ਉਹਨਾਂ ਨੇ ਦੌੜ ਭੱਜ ਕਰ ਸਕਦੇ ਸੀ, ਪਰ ਕੋਈ ਹਕੀਮ ਨਹੀਂ ਮਿਲਿਆ। ਇਹੋ ਜਿਹੀ ਕਿਤੇ ਦਵਾਈ ਨਹੀਂ ਮਿਲੀ, ਨਾ ਹੀ ਕੋਈ ਉਪਾਅ ਹੋਇਆ। रुदत निकट होए दुखत सब तिस आस चुकाई। ਇਹਦੇ ਜਿਹੜੇ ਚੇਲੇ ਸੀ ਇਹਦੇ ਕੋਲ ਰੋਣ ਲੱਗ ਪਏ ਉੱਚੀ ਉੱਚੀ। ਪ੍ਰਿਥੀਆ ਤਾਂ ਰੋਂਦਾ ਹੀ ਸੀ ਦਰਦ ਨਾਲ, ਉਹ ਵੀ ਰੋਣ ਲੱਗ ਪਏ ਕੋਲ। ਉਹਨਾਂ ਨੇ ਵੇਖਿਆ ਵੀ ਹੁਣ ਨਹੀਂ ਪ੍ਰਿਥੀ ਚੰਦ ਬਚਦਾ, ਜਿਹੜੇ ਹਿਸਾਬ ਨਾਲ ਅੱਖਾਂ ਪੁੱਠੀਆਂ ਹੋ ਚੱਲੀਆਂ ਸੀ, ਦਸਤ ਸਨ, ਉਲਟੀਆਂ ਸਨ, ਪੇਟ ਵਿੱਚ ਭਿਆਨਕ ਦਰਦ ਤੇ ਸੂਲ ਸੀ। ਉਹਨਾਂ ਵੇਖਿਆ ਹੁਣ ਨਹੀਂ ਪ੍ਰਿਥੀਆ ਬਚਦਾ। पृथ्वी ने जानियो मरण ने बाचे प्राणा। ਉਧਰ ਪ੍ਰਿਥੀ ਚੰਦ ਨੂੰ ਵੀ ਸੁੱਝ ਗਈ ਕਿ ਹੁਣ ਬਸ ਮੇਰਾ ਮਰਨਾ ਆ ਗਿਆ, ਹੁਣ ਮੇਰੇ ਪ੍ਰਾਣ ਨਹੀਂ ਬਚਦੇ। ਉਹਨੂੰ ਵੀ ਸੁੱਝ ਗਿਆ, ਉਹਨੂੰ ਕਾਲ ਦਿਸ ਗਿਆ ਆਪਣਾ ਕਿ ਹੁਣ ਤਾਂ ਮੌਤ ਆਈ ਸਮਝੋ, ਹੁਣ ਨਹੀਂ ਮੈਂ ਬਚ ਸਕਦਾ। सिख दास गन हितु लख असबाक बखाना। ਇਹਦੇ ਜਿਹੜੇ ਸੇਵਕ ਸਨ ਲਾਗੇ, ਇਹਦੇ ਦਾਸ ਸਨ, ਪ੍ਰਿਥੀ ਚੰਦ ਨੇ ਵੇਖਿਆ ਵੀ ਇਹ ਸਾਰੇ ਮੇਰੇ ਹਿਤੈਸ਼ੀ ਨੇ, ਮੇਰੇ ਨਿਕਟਵਰਤੀ ਨੇ। ਉਹਨਾਂ ਨੂੰ ਕੋਲ ਖੜਿਆਂ ਵੇਖ ਕੇ ਬੋਲਿਆ, अब मेरो परलोक होवे रुज वधियो विसाला। ਕਹਿਣ ਲੱਗਾ ਮੇਰਾ ਰੋਗ ਬਹੁਤ ਜ਼ਿਆਦਾ ਵੱਧ ਗਿਆ ਹੈ, ਹੁਣ ਮੇਰਾ ਪਰਲੋਕ ਗਮਨ ਹੋਣ ਵਾਲਾ ਹੈ, ਹੁਣ ਮੈਂ ਪਰਲੋਕ ਨੂੰ ਜਾਵਾਂਗਾ। ਮੈਨੂੰ ਨਹੀਂ ਜਾਪਦਾ ਕਿ ਮੈਂ ਹੁਣ ਜਿਉਂਦਾ ਬਚਾਂਗਾ, ਮੈਨੂੰ ਆਪਣਾ ਅੰਤ ਨਜ਼ਰ ਆ ਰਿਹਾ ਹੈ। दहा करो इस थान ही कर किरिया। ਕਹਿਣ ਲੱਗਾ ਵੀ ਜੇ ਮੈਂ ਮਰ ਗਿਆ ਇੱਥੇ ਤੇ ਮੇਰੇ ਸਰੀਰ ਦਾ ਅੰਤਮ ਸੰਸਕਾਰ ਇਸੇ ਜਗ੍ਹਾ ਤੇ ਕਰਿਆ ਜੀ। ਇੱਥੇ ਹੇਹਰ ਪਿੰਡ ਚ ਹਾਲੇ ਵੀ ਕਹਿੰਦੇ ਪ੍ਰਿਥੀ ਚੰਦ ਦੀ ਸਮਾਧ ਬਣੀ ਹੋਈ ਹੈ ਉੱਥੇ, ਔਰ ਉਸ ਸਮਾਧ ਦੇ ਨਾਂ ਤੇ ਬਹੁਤ ਸਾਰੀ ਜ਼ਮੀਨ ਵੀ ਸੀ।
ਕਾਫੀ ਜਦਾਦ ਵੀ ਉਸ ਸਮਾਧ ਦੇ ਨਾਲ ਲੱਗੀ ਹੋਈ ਸੀ। ਤੋ ਪ੍ਰਿਥੀ ਚੰਦ ਕਹਿੰਦਾ ਮੇਰੇ ਸਰੀਰ ਦਾ ਜਿਹੜਾ ਸੰਸਕਾਰ ਹੈ ਉਹ ਇਸੇ ਪਿੰਡ ਦੇ ਵਿੱਚ ਇਸੇ ਜਗ੍ਹਾ ਤੇ ਆ ਜਿਹੜਾ ਮੇਰਾ ਡੇਰਾ ਹੈ ਇੱਥੇ ਹੀ ਕਰਨਾ ਹੈ। ਪੀਛੇ ਹੋਏ ਜੋ ਅੰਸ ਮਮ ਮਰ ਹੈ ਕਿਤ ਕੋਈ। ਮੇਰੀ ਜਿਹੜੀ ਅੰਸ਼ ਵੰਸ਼ ਹੋਵੇਗੀ, ਮੇਰੇ ਤੋਂ ਬਾਅਦ ਜੇ ਮੇਰੀ ਅੰਸ਼ ਵੰਸ਼ ਦਾ ਵਿੱਚੋਂ ਵੀ ਕੋਈ ਵੀ ਮਰੇਗਾ, ਕਿਸੇ ਦੀ ਵੀ ਮੌਤ ਹੋਵੇਗੀ, ਦਾਹੋ ਆਨ ਇਸ ਥਲ ਕਰੇ ਕਹਿ ਦੀਜੇ ਸੋਈ। ਜਾ ਕੇ ਮਿਹਰਬਾਨ ਨੂੰ ਕਹਿ ਦਿਓ ਜੇ ਕਿ ਉਹ ਕੋਈ ਵੀ ਬਾਅਦ ਵਿੱਚ ਕਿਸੇ ਦੀ ਵੀ ਮੌਤ ਹੋਵੇ ਮੇਰੀ ਅੰਸ਼ ਵੰਸ਼ ਵਿੱਚੋਂ, ਉਹਦਾ ਜਿਹੜਾ ਅੰਤਮ ਸੰਸਕਾਰ ਹੈ ਇੱਥੇ ਹੀ ਲਿਆ ਕੇ ਕਰਨਾ, ਇਸੇ ਪਿੰਡ ਹੇਹਰ ਵਿੱਚ ਇੱਥੇ ਹੀ ਉਹਦੀ ਅੰਤਮ ਕਿਰਿਆ ਕਰਨੀ ਹੈ। ਮੋਕੋ ਮਿਲੇ ਸੁਆਨ ਕਰ ਫਲ ਊਤਮ ਪਾਵੇ। ਇਹਦਾ ਸੰਸਕਾਰ ਤੁਸੀਂ ਲਿਆ ਕੇ ਇੱਥੇ ਕਰੋਗੇ ਮੇਰੀ ਅੰਸ਼ ਵੰਸ਼ ਵਿੱਚੋਂ, ਜਿਹੜੇ ਅੱਗੇ ਮੇਰੇ ਪੋਤਰੇ ਪੋਤਰੇ ਪੜਪੋਤਰੇ ਹੋਣਗੇ, ਇੱਥੇ ਸੰਸਕਾਰ ਕਰੋਗੇ, ਉਹ ਅੰਤ ਵੇਲੇ ਫਿਰ ਮੈਨੂੰ ਆ ਕੇ ਮਿਲਣਗੇ, ਉਹ ਮੇਰੇ ਵਿੱਚ ਆ ਕੇ ਭੇਦ ਹੋਣਗੇ। ਮਿਹਰਵਾਨ ਸੋ ਕਹੋ ਤੁਮ ਬਹੁਤ ਨਾ ਰੁੱਧ ਨਾਵੇ। ਤੇ ਜਾਓ ਮੇਰੇ ਪੁੱਤਰ ਮਿਹਰਬਾਨ ਨੂੰ ਵੀ ਹੌਸਲਾ ਦਿਓ ਜੇ, ਜਾ ਕੇ ਉਹਨੂੰ ਆਖਿਓ ਕਿ ਉਹ ਬਹੁਤਾ ਨਾ ਰੋਵੇ। ਹਾਂ ਰੋਵੇਗਾ ਤਾਂ ਸਹੀ, ਮੈਂ ਉਹਦਾ ਬਾਪ ਹਾਂ, ਪਰ ਉਹਨੂੰ ਕਹੋ ਕਿ ਬਹੁਤਾ ਨਾ ਰੋਵੇ। ਇਹੀ ਰੀਤ ਸਭ ਜਗਤ ਕੀ ਆਵਤ ਇੱਕ ਜਾਤੇ। ਸੰਸਾਰ ਦੀ ਰੀਤ ਹੀ ਇਹ ਹੈ, ਇੱਥੇ ਇੱਕ ਆਉਂਦਾ ਹੈ ਇੱਕ ਜਾਂਦਾ ਹੈ, ਇਹ ਸੰਸਾਰ ਦੀ ਮਰਿਆਦਾ ਮੁੱਢ ਤੋਂ ਚਲਦੀ ਆਈ ਹੈ। ਕਰੋ ਕਿਰਿਆ ਮੇਰੀ ਸਕਲ ਜਪ ਨਾਮ ਪ੍ਰਭਾਤੇ। ਕਹਿਣ ਲੱਗਾ ਵੀ ਹੁਣ ਤਾਂ ਰਾਤ ਦਾ ਸਮਾਂ, ਮੈਂ ਸਰੀਰ ਤਿਆਗ ਦੇਣਾ ਹੈ ਤੇ ਸਵੇਰੇ ਕੱਲ ਦਿਨ ਚੜ੍ਹਦਿਆਂ ਮੇਰੇ ਸਰੀਰ ਦੀ ਜਿੰਨੀ ਕਿਰਿਆ ਹੈ ਸੰਸਕਾਰ ਦੀ ਇੱਥੇ ਕਰਨੀ ਹੈ, ਨਾਲੇ ਪ੍ਰਮਾਤਮਾ ਦਾ ਨਾਮ ਜਪਣਾ ਹੈ। ਪੁਨ ਆਵੋ ਚੰਦੂ ਮਿਲੋ ਲਿਓ ਗੁਰਤਾ ਗਾਦੀ। ਹਾਂ ਫਿਰ ਤੁਸੀਂ ਚੰਦੂ ਨੂੰ ਮਿਲ ਲਿਆ ਜੇ, ਮਿਹਰਬਾਨ ਨੂੰ ਕਹਿ ਦਿਓ ਕਿ ਉਹ ਚੰਦੂ ਨਾਲ ਜਾ ਕੇ ਮੁਲਾਕਾਤ ਕਰ ਲਵੇ। ਗੁਰਤਾ ਗੱਦੀ ਤਾਂ ਹੁਣ ਮਿਲ ਹੀ ਜਾਣੀ ਸੀ, ਮਰਨ ਵੇਲੇ ਵੀ ਇਹੀ ਸੋਚ ਚੱਲ ਰਹੀ ਵੀ ਚਲੋ ਜੇ ਮੈਨੂੰ ਨਹੀਂ ਮਿਲੀ ਮੈਂ ਤਾਂ ਚੱਲਿਆ, ਘਟੋ ਘਟ ਮੇਰਾ ਪੁੱਤਰ ਤਾਂ ਗੱਦੀ ਤੇ ਬਹਿ ਜਾਏ। ਇਹ ਮਮਤਾ ਹਾਲੇ ਵੀ ਇਹਦੇ ਮਨ ਵਿੱਚ ਆਪਣੇ ਪੁੱਤਰ ਦੀ, ਕਿ ਉਹਨੂੰ ਕਹੋ ਕਿ ਉਹ ਕਿਸੇ ਤਰੀਕੇ ਚੰਦੂ ਨੂੰ ਜਾ ਕੇ ਮਿਲ ਲਵੇ। ਜਿਉ ਕਿਉ ਅਰਜਨ ਕੋ ਹਤੋ ਪੁਨ ਕੀਜੇ ਸ਼ਾਦੀ। ਜਿਵੇਂ ਕਿਵੇਂ ਕਰਕੇ ਤੁਸੀਂ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨਾ ਹੈ, ਇਹ ਮੇਰਾ ਵੈਰ ਹੈ ਉਹਦੇ ਨਾਲ, ਔਰ ਉਹਨੂੰ ਮਾਰ ਕੇ ਆਪਣੇ ਘਰ ਦੇ ਵਿੱਚ ਸ਼ਾਦੀ ਮਨਾਉਣੀ ਹੈ। ਯਾਨੀ ਕਿ ਸ਼ਾਦੀ ਦਾ ਮਤਲਬ ਹੁੰਦਾ ਖੁਸ਼ੀ, ਉਹਨੂੰ ਮਾਰ ਕੇ ਆਪਣੇ ਘਰ ਦੇ ਵਿੱਚ ਖੁਸ਼ੀ ਮਨਾਉਣੀ ਹੈ। ਉਰੋ ਕਾਮਨਾ ਆਏ ਕਰ ਸਭ ਬਨਿਓ ਬਣਾਉ। ਔਰ ਹੁਣ ਤਾਂ ਬਸ ਮਿਹਰਬਾਨ ਨੂੰ ਕਹਿ ਦਿਓ ਕਿ ਉਹਨੇ ਆ ਕੇ ਆਪਣੀ ਕਾਮਨਾ ਹੀ ਪੂਰੀ ਕਰਨੀ ਹੈ। ਕੰਮ ਸਾਰਾ ਬਣਿਆ ਪਿਆ, ਮੈਂ ਸਾਰਾ ਕੰਮ ਬਣਾ ਦਿੱਤਾ ਹੈ, ਬਸ ਉਹਨੇ ਤਾਂ ਆ ਕੇ ਇੱਥੇ ਗੁਰਤਾ ਗੱਦੀ ਲੈਣੀ ਹੈ। ਬਸ ਇਹ ਕਹਿ ਲਓ ਮੋਟੇ ਲਫ਼ਜ਼ਾਂ ਵਿੱਚ ਕਿ ਹੁਣ ਤਾਂ ਕੰਮ ਬਣਿਆ ਬਣਾਇਆ ਹੈ। ਬੈਰ ਸੰਭਾਰੋ ਆਪਨੋ ਨੇ ਕਰੋ ਵਲਾਉ। ਉਹਨੂੰ ਕਹੋ ਕਿ ਆਪਣਾ ਵੈਰ ਸੰਭਾਲ ਲੈਣਾ, ਵੈਰ ਨਹੀਂ ਛੱਡਣਾ ਤੇ ਇਸ ਗੱਲ ਤੋਂ ਟਾਲਾ ਵੀ ਨਹੀਂ ਕਰਨਾ। ਇਮ ਕੈ ਧਰਨੀ ਪਰ ਪਰਿਓ ਵਿਆਕੁਲ ਬੜ ਹੋਵਾ। ਇਹ ਤਾਂ ਕਹਿ ਕੇ ਪ੍ਰਿਥੀ ਚੰਦ ਧਰਤੀ ਤੇ ਡਿੱਗ ਪਿਆ, ਧਰਤੀ ਤੇ ਡਿੱਗ ਪਿਆ। ਦਰਦ ਬਹੁਤ ਜ਼ਿਆਦਾ ਸੀ, ਹੈਜਾ ਹੋ ਚੁੱਕਾ ਸੀ। ਹੈਜਾ ਉਹਨਾਂ ਸਮਿਆਂ ਦੇ ਵਿੱਚ ਜਿਹੜੀ ਬਿਮਾਰੀ ਸੀ, ਇਹ ਲਾ ਇਲਾਜ ਬਿਮਾਰੀ ਸੀ। ਤੋ ਹੈਜੇ ਕਰਕੇ ਦਰਦ ਦੇ ਨਾਲ ਵਿਆਕੁਲ ਹੋ ਕੇ ਜ਼ਮੀਨ ਤੇ ਪ੍ਰਿਥੀਆ ਡਿੱਗ ਪਿਆ। ਬੋਲ ਬੰਦ ਮ੍ਰਿਤਿਉ ਚਿੰਨ ਪਏ ਸਭ ਸੰਗਨ ਜੋਆ। ਬਸ ਦਰਦ ਨਾਲ ਤੜਫਦਾ ਤੜਫਦਾ ਪ੍ਰਿਥੀ ਚੰਦ ਦਾ ਬੋਲਣਾ ਬੰਦ ਹੋ ਗਿਆ, ਸਰੀਰ ਦੇ ਸਾਹ ਰੁਕ ਗਏ, ਦਿਲ ਦੀ ਧੜਕਣ ਰੁਕ ਗਈ। ਇਹਦੇ ਸਰੀਰ ਚੋਂ ਜਿਹੜੇ ਪ੍ਰਾਣ ਸਨ ਉਡਨ ਪੰਖੇਰੂ ਹੋ ਗਏ। ਗੁਰੂ ਪਾਤਸ਼ਾਹ ਨਾਲ ਵੈਰ ਵਿਰੋਧ ਰੱਖਦਿਆਂ ਚਿਤਵਦਿਆਂ ਪ੍ਰਿਥੀਆ ਮਰ ਗਿਆ। ਰਹੇ ਬੁਲਾਵਤ ਦਾਸ ਗਨ ਨਿਕਸੇ ਤਨ ਪ੍ਰਾਨਾ। ਇਹਦੇ ਜਿਹੜੇ ਸੇਵਕ ਨੌਕਰ ਸਨ ਕੋਲ ਖੜੇ ਪ੍ਰਿਥੀਏ ਨੂੰ ਲਾਉਂਦੇ ਨੇ,
ਬਾਬਾ ਜੀ ਕਹਿ ਕੇ ਆਵਾਜ਼ ਮਾਰਦੇ। ਹੁਣ ਬਾਬਾ ਜੀ ਕਿੱਥੇ ਇੱਥੇ? ਉਹਦੇ ਸਰੀਰ ਚੋਂ ਪ੍ਰਾਣ ਨਿਕਲ ਚੁੱਕੇ ਨੇ, ਉਹਦੀ ਮੌਤ ਹੋ ਚੁੱਕੀ ਹੈ। ਜਿਤਵਤ ਗੁਰ ਸੰਗ ਬੈਰ ਕੋ ਪਰਲੋਕ ਪਿਆਨਾ। ਸਤਿਗੁਰਾਂ ਦੇ ਨਾਲ ਵੈਰ ਚਿਤਵ ਕੇ, ਦੁਸ਼ਮਣੀ ਚਿਤਵ ਕੇ ਪ੍ਰਿਥੀ ਚੰਦ ਪਰਲੋਕ ਗਮਨ ਕਰ ਗਿਆ। ਰੁਦਤ ਸਕਲ ਬੈਠੇ ਨਿਕਟ ਸੋ ਰਾਤ ਬਿਤਾਈ। ਇਹਦੇ ਚੇਲਿਆਂ ਸੇਵਕਾਂ ਨੇ ਪ੍ਰਿਥੀਏ ਦੀ ਲੋਥ ਕੋਲ, ਲਾਸ਼ ਕੋਲ ਬਹਿ ਕੇ ਸਾਰੀ ਰਾਤ ਰੋਂਦਿਆਂ ਕਰਲਾਉਂਦਿਆਂ ਬਤੀਤ ਕੀਤੀ। ਭਈ ਪ੍ਰਭਾਤ ਉਠਾਏ ਕੈ ਵੱਡ ਚਿਖਾ ਬਣਾਈ। ਦਿਨ ਚੜਿਆ, ਅਗਲੇ ਦਿਨ ਇਹਨਾਂ ਨੇ ਲਾਸ਼ ਚੁੱਕੀ ਪ੍ਰਿਥੀ ਚੰਦ ਦੀ, ਚਿਖਾ ਤਿਆਰ ਕੀਤੀ ਲੱਕੜਾਂ ਇਕੱਠੀਆਂ ਕਰਕੇ। ਉਪਰ ਧਰ ਧਰ ਛਾਰ ਕਰ ਰੋਏ ਸਮੁਦਾਏ। ਰੱਖ ਕੇ ਪ੍ਰਿਥੀ ਚੰਦ ਦੀ ਚਿਖਾ ਤੇ ਲਾਸ਼ ਇਹਨਾਂ ਨੇ ਅੱਗ ਲਾ ਦਿੱਤੀ। ਔਰ ਵੇਖਦਿਆਂ ਵੇਖਦਿਆਂ ਹੀ ਪ੍ਰਿਥੀ ਚੰਦ ਦੇ ਸਰੀਰ ਦਾ ਸੰਸਕਾਰ ਕਰ ਦਿੱਤਾ। ਔਰ ਉਹ ਜਦੋਂ ਸੜ ਕੇ ਸੁਆਹ ਹੋਇਆ ਤੇ ਇਹ ਰੋਈ ਜਾ ਰਹੇ ਨੇ। ਅਸਤ ਬੀਨ ਦਿਨ ਤੀਨ ਮੈਂ ਹਟ ਪਾਛੇ ਸਿਧਾਏ। ਤੀਜੇ ਦਿਨ ਯਾਨੀ ਕਿ ਚੌਥੇ ਵਾਲੇ ਦਿਨ ਜਦੋਂ ਅੰਗੀਠਾ ਠੰਡਾ ਹੋਇਆ, ਉਹਦੇ ਵਿੱਚੋਂ ਪ੍ਰਿਥੀ ਚੰਦ ਦੇ ਸਰੀਰ ਦੇ ਜਿਹੜੀਆਂ ਹੱਡੀਆਂ ਸਨ, ਫੁੱਲ ਸਨ, ਉਹ ਸਾਰੇ ਇਕੱਠੇ ਕੀਤੇ। ਇਕੱਠੇ ਕਰਕੇ ਸਾਰੀਆਂ ਅਸਥੀਆਂ ਜਿਹੜੀਆਂ ਸਨ ਇੱਕ ਘੜੇ ਵਿੱਚ ਪਾ ਕੇ ਉਥੋਂ ਪਿਛਾਂ ਨੂੰ ਵਾਪਸ ਕੋਠੇ ਪਿੰਡ, ਜਿੱਥੇ ਬਾਬੇ ਪ੍ਰਿਥੀ ਚੰਦ ਦੀ ਔਲਾਦ ਰਹਿੰਦੀ ਹੈ, ਉੱਥੇ ਵਾਪਸ ਨੂੰ ਮੁੜੇ ਹਨ। ਇੱਕ ਸਿੱਖ ਕੋਠੇ ਕੋ ਗਇਓ ਪੂਰਬ ਸੁਧ ਦੇਬੇ। ਪ੍ਰਿਥੀ ਚੰਦ ਦੇ ਮਰਨ ਦੀ ਖਬਰ ਜਿਸ ਦਿਨ ਉਹਦਾ ਸੰਸਕਾਰ ਕੀਤਾ, ਉਸੇ ਦਿਨ ਹੀ ਇੱਕ ਬੰਦਾ ਇਹਨਾਂ ਨੇ ਭੇਜ ਦਿੱਤਾ ਸੀ। ਪ੍ਰਿਥੀ ਚੰਦ ਦਾ ਕੋਈ ਸੇਵਕ ਸੀ ਕਿ ਤੂੰ ਪਿੰਡ ਜਾ ਕੇ ਕੋਠੇ 'ਚ ਮਾਤਾ ਕਰਮੋ ਨੂੰ ਤੇ ਬਾਬੇ ਮਿਹਰਬਾਨ ਨੂੰ ਖਬਰ ਦੇ ਦੇ ਕਿ ਪ੍ਰਿਥੀ ਚੰਦ ਅਕਾਲ ਚਲਾਣਾ ਕਰ ਗਿਆ ਹੈ। ਸੁਨ ਮਰਨੋ ਸੁਤ ਭਾਰ ਜਾ ਵੱਡ ਕੂਕ ਕਰੇ ਬੇ। ਹੁਣ ਜਦੋਂ ਬਾਬੇ ਮਿਹਰਬਾਨ ਨੇ ਸੁਣਿਆ ਕਿ ਮੇਰਾ ਪਿਤਾ ਚਲਾਣੇ ਕਰ ਗਿਆ, ਉਧਰ ਘਰ ਵਾਲੀ ਇਹਦੀ ਕਰਮੋ ਨੇ ਜਦੋਂ ਸੁਣਿਆ ਕਿ ਪਤੀ ਦੇਵ ਚਲਾਣੇ ਕਰ ਗਿਆ, ਉਹਨਾਂ ਨੇ ਵੀ ਸੁਣ ਕੇ ਆਪਣਾ ਸਿਰ ਪੁੱਟਿਆ ਤੇ ਰੋਣਾ ਸ਼ੁਰੂ ਕੀਤਾ। ਹਾਏ ਹਾਏ ਕਰ ਰੁਦਤ ਹੈ ਨੈ ਸਦਿਓ ਸ਼ਰੀਕਾ। ਹਾਏ ਹਾਏ ਕਰੀ ਜਾਂਦੇ ਐ, ਕੁਰਲਾਈ ਜਾਂਦੇ ਐ। ਨਾਲੇ ਕਰਮੋਂ ਰੋਂਦੀ ਸਿਰ ਪਿੱਟਦੀ ਐ, ਨਾਲੇ ਕਹਿੰਦੀ ਹਾਏ ਓ ਰੱਬਾ, ਮੇਰੇ ਪਤੀ ਦੇਵ ਕੋਲੋਂ ਆਪਣਾ ਸ਼ਰੀਕਾ ਨਹੀਂ ਸਿੱਧ ਕੀਤਾ ਗਿਆ, ਆਪਣਾ ਸ਼ਰੀਕਾ ਨਹੀਂ ਉਹ ਸਾਧ ਸਕਿਆ, ਆਪਣੇ ਸ਼ਰੀਕੇ ਨੂੰ ਨਹੀਂ ਕਾਬੂ ਕਰ ਸਕਿਆ, ਮਰ ਗਿਆ ਆਖਰਕਾਰ। ਹੇ ਪਤੀ ਪੂਰਬ ਹੀ ਮਰਿਓ ਏ ਕੀਓ ਨਾਨਿਕਾ। ਕਹਿੰਦੇ ਹੇ ਪਤੀ ਦੇਵ, ਤੂੰ ਆਪਣੇ ਸ਼ਰੀਕਾਂ ਨੂੰ ਕਿਉਂ ਜਿਉਂਦਾ ਛੱਡ ਗਿਆ? ਏਦਾਂ ਵੈਣ ਪਾਉਂਦੀ ਕਰਮ, ਤੂੰ ਆਪਣੇ ਸ਼ਰੀਕਾਂ ਨੂੰ ਕਾਹਨੂੰ ਜਿਉਂਦਾ ਛੱਡ ਗਿਓ? ਪਹਿਲਾਂ ਆਪ ਮਰ ਗਿਆ, ਪਹਿਲਾਂ ਆਪਣੇ ਸ਼ਰੀਕਾਂ ਨੂੰ ਮਾਰਦਾ ਫਿਰ ਮਰਦਾ, ਪਹਿਲਾਂ ਆਪਣੇ ਸ਼ਰੀਕਾਂ ਨੂੰ ਮਾਰ ਕੇ ਫਿਰ ਤੂੰ ਮਰਦਾ। ਮੇਰਵਾਨ ਸੁਤ ਕੀ ਖਬਰ ਕਬ ਲੈ ਆਈ। ਏ ਪ੍ਰਿਥੀ ਚੰਦ ਨੂੰ ਆਵਾਜ਼ ਮਾਰ ਕੇ ਕਹਿੰਦੀ ਪਤੀ ਦੇਵ ਜੀ, ਆ ਮਿਹਰਬਾਨ ਦੀ ਖਬਰ ਹੁਣ ਕਦੋਂ ਆ ਕੇ ਲਓਗੇ? ਕਦੋਂ ਆਪਣੇ ਪੁੱਤਰ ਮਿਹਰਬਾਨ ਦੇ ਸਿਰ ਤੇ ਹੱਥ ਫੇਰੋਗੇ? ਕਦੋਂ ਇਹਨੂੰ ਦੁਲਾਰੋਗੇ? ਬਦਨ ਮਰਦ ਹਮਨੇ ਪਿਖਿਓ ਵਿਦ ਕਹਾਂ ਬਣਾਈ। ਦੇਖੋ ਕਿਹੋ ਜੀ ਵਿਧਾਤੇ ਨੇ ਵਿਧ ਬਣਾਈ ਹੈ ਕਿ ਮਰਦੇ ਸਮੇਂ ਦਾ ਅਸੀਂ ਮੂੰਹ ਵੀ ਨਾ ਵੇਖ ਸਕੇ, ਮਰਦੇ ਸਮੇਂ ਦਾ ਮੂੰਹ ਵੀ ਨਹੀਂ ਤੱਕ ਸਕੇ, ਕਿਹੋ ਜੀ ਵਿਧ ਬਣੀ ਹੈ। ਰਹੀ ਹਟਾਏ ਨਾ ਹਟਿਓ ਤਬ ਅਪਸ਼ਗੁਨ ਵਿਸਾਲੇ। ਮੈਂ ਤਾਂ ਮੋੜਦੀ ਰਹੀ, ਰੋਕਦੀ ਰਹੀ ਕਿ ਪਤੀ ਜੀ ਨਾ ਜਾਓ ਲਾਹੌਰ, ਮੇਰੀ ਸੱਜੀ ਅੱਖ ਫਰਕਦੀ ਆ, ਮੈਨੂੰ ਕੁਝ ਚੰਗਾ ਨਹੀਂ ਪਿਆ ਸੁਝਦਾ। ਮੈਂ ਤਾਂ ਕਿਹਾ ਸੀ ਵੀ ਅੱਗੇ ਲੱਕੜਾਂ ਦਾ ਢੇਰ ਲੈ ਕੇ ਮਿਲ ਗਿਆ ਬੰਦਾ, ਨਾ ਜਾਓ, ਪਰ ਨਹੀਂ ਮੰਨੇ ਮੇਰੀ ਗੱਲ, ਉਹਨਾਂ ਨੇ ਨਹੀਂ ਮੰਨੀ ਤੇ ਜਿੱਦ ਕਰਕੇ ਚਲਾ ਗਿਆ। ਕਿਮ ਫਲ ਸੋ ਦੇਵੈ ਨਹੀਂ ਦੁੱਖ ਕੀਨ ਕਰਾਲੇ। ਉਹ ਜਿਹੜੇ ਬਦ ਸ਼ਗਨ ਦਿਸੇ ਸਨ, ਉਹਨਾਂ ਨੇ ਆਪਣਾ ਫਲ ਦੇ ਹੀ ਦਿੱਤਾ। ਉਹ ਬਦ ਸ਼ਗਨ ਇਸੇ ਕਰਕੇ ਨਜ਼ਰ ਆਉਂਦੇ ਸਨ। ਕਹਿ ਲਗ ਬਰਨੋ ਸ਼ੋਕ ਜਨ
ਕੀਏ ਆਏ ਆਵਾਸਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਕਿੱਥੋਂ ਤੱਕ ਇਹਨਾਂ ਦਾ ਸ਼ੋਕ ਵਰਣਨ ਕਰੀਏ, ਜਿਹੜਾ ਪਿੱਟ ਸਿਆਪਾ ਕਰਮੋਂ ਨੇ ਕੀਤਾ ਹੈ। ਇਹਨਾਂ ਦੇ ਘਰ ਦੇ ਵਿੱਚ ਜਿਹੜਾ ਰੋਣਾ ਧੋਣਾ ਕੁਰਲਾਉਣਾ ਹੋਇਆ ਹੈ, ਕਹਿੰਦੇ ਕਿੱਥੋਂ ਤੱਕ ਵਰਣਨ ਕਰੀ। ਉੱਥੇ ਕੋਈ ਕੀਰਤਨ ਨਹੀਂ ਹੋਇਆ ਗੁਰਬਾਣੀ ਦਾ, ਰੋਣਾ ਧੋਣਾ ਹੀ ਹੋ ਰਿਹਾ ਸੀ। ਕਹਿੰਦੇ ਕਿੱਥੋਂ ਤੱਕ ਵਰਣਨ ਕਰੀਏ ਵੀ ਇਹਨਾਂ ਦੇ ਘਰ ਵਿੱਚ ਜਿਹੜਾ ਇਹ ਪਿੱਟ ਸਿਆਪਾ ਹੋਇਆ ਹੈ। ਕਿਤਨੇ ਮੈਂ ਆਏ ਅਸਥ ਰੋਦਤ ਪਰ ਸੁਆਸਾ। ਇਹਨੇ ਨੂੰ ਚੌਥੇ ਦਿਨ ਅਸਥੀਆਂ ਚੁੱਗ ਕੇ ਉਹਦੇ ਸਰੀਰ ਦੀਆਂ ਸਾਰੀਆਂ ਅਸਥੀਆਂ ਲੈ ਕੇ ਕੁਝ ਦਿਨਾਂ ਬਾਅਦ ਪ੍ਰਿਥੀ ਚੰਦ ਦੀਆਂ ਇਹ ਵਾਪਸ ਕੋਠੇ ਪਿੰਡ ਆਏ। ਜਦੋਂ ਅਸਥੀਆਂ ਲੈ ਕੇ ਮਿਹਰਬਾਨ ਨੂੰ ਪਕੜਾਈਆਂ ਤੇ ਵੇਖ ਕੇ ਆਪਣੇ ਪਿਓ ਦੀਆਂ ਅਸਥੀਆਂ ਨੂੰ ਇਹ ਰੋਇਆ ਕੁਰਲਾਇਆ। ਮਿਹਰਬਾਨ ਬੋ ਰੋਏ ਕੈ ਮ੍ਰਿਤਿਉ ਕਿਰਿਆ ਕਰਾਈ। ਰੋਏ ਕੇ ਬੜਾ ਕੁਰਲਾਪ ਕੀਤਾ ਤੇ ਜਿੰਨੇ ਵੀ ਇੱਕ ਮਿਰਤੂ ਦੀ ਕਿਰਿਆ ਹੁੰਦੀ ਆ ਉਹ ਸਾਰੀ ਅੰਤਮ ਕਿਰਿਆ ਬਾਬਾ ਮਿਹਰਬਾਨ ਜੀ ਨੇ ਕਰਵਾਈ। ਸ਼ਬਦ ਪੜਾਇਓ ਦਰਬ ਦੇ ਸੁਨਤੇ ਸਮੁਦਾਈ। ਇਹਨੇ ਚੌਥੇ ਪਾਤਸ਼ਾਹ ਤੱਕ ਦੀ ਜਿਹੜੀ ਗੁਰਬਾਣੀ ਸੀ ਨਾ, ਮਿਹਰਬਾਨ ਨੇ ਉਹ ਗੁਰਬਾਣੀ ਦਾ ਸ਼ਬਦ ਵੀ ਜਾਪ ਵੀ ਕਰਾਇਆ। ਪੰਜਵੇਂ ਪਾਤਸ਼ਾਹ ਦੀ ਬਾਣੀ ਨੂੰ ਬਾਣੀ ਨਹੀਂ ਸੀ ਮੰਨਦਾ, ਕਿਉਂਕਿ ਉਹਨਾਂ ਨੂੰ ਗੁਰੂ ਨਹੀਂ ਸੀ ਮੰਨਦਾ। ਚੌਥੇ ਪਾਤਸ਼ਾਹ ਤੱਕ ਦੀ ਜਿਹੜੀ ਗੁਰਬਾਣੀ ਸੀ, ਉਸ ਗੁਰਬਾਣੀ ਦੇ ਸ਼ਬਦਾਂ ਦਾ ਇਹਨੇ ਜਾਪ ਵੀ ਕਰਾਇਆ, ਕੀਰਤਨ ਵੀ ਕਰਾਇਆ। ਤਿਨ ਕੀ ਸੰਗਤ ਆਏ ਕਰ ਪੁਨ ਪਾਗ ਬੰਧਾਈ। ਇਹਦੀ ਜਿੰਨੀ ਪ੍ਰਿਥੀਏ ਦੀ ਮੀਣਿਆਂ ਦੀ ਸੰਗਤ ਸੀ ਉਹ ਸਾਰੀ ਆਈ ਚੱਲ ਕੇ। ਉਹਨਾਂ ਨੇ ਆ ਕੇ ਪਿਓ ਦੀ ਜਿਹੜੀ ਪੱਗ ਸੀ ਉਹ ਮਿਹਰਬਾਨ ਦੇ ਸਿਰ ਤੇ ਬੱਧੀ ਹੈ। ਮਿਟਿਓ ਸ਼ੋਕ ਤਬ ਜਨ ਕਯੋ ਜੋ ਅਕਲ ਸਿਖਾਈ। ਕਹਿੰਦੇ ਸ਼ੋਕ ਮਿਟ ਗਿਆ। ਕੁਝ ਸਮੇਂ ਬਾਅਦ ਆਖਰਕਾਰ ਕਿੰਨਾ ਕੁ ਲੰਮਾ ਸ਼ੋਕ ਹੁੰਦਾ, ਮਿਟ ਗਿਆ। ਤੇ ਉਸ ਵਕਤ ਇਹਦੇ ਸਿਰ ਤੇ ਬੱਧੀ ਹੋਈ ਪੱਗ ਨੂੰ ਵੇਖ ਕੇ ਇਹਦੇ ਜਿਹੜੇ ਨਾਲ ਦੇ ਸਨ ਉਹ ਬੋਲੇ, ਕਹਿਣ ਲੱਗੇ, ਸ਼੍ਰੀ ਅਰਜਨ ਤੇ ਬੈਰ ਤਰ ਲਿਓ ਗੁਰਤਾ ਗਾਦੀ। ਕਹਿਣ ਲੱਗੇ ਬਾਬਾ ਮਿਹਰਬਾਨ ਜੀ, ਜਿਹੜਾ ਕੰਮ ਤੁਹਾਡੇ ਪਿਤਾ ਜੀ ਅਧੂਰਾ ਛੱਡ ਗਏ ਨੇ ਹੁਣ ਉਹ ਤੁਸੀਂ ਪੂਰਾ ਕਰਨਾ। ਚੇਲੇ ਜਿਹੜੇ ਸਨ ਉਹ ਨਾਲ ਇਹਨੂੰ ਕਹਿ ਰਹੇ ਨੇ ਕਿ ਤੁਹਾਡੇ ਪਿਤਾ ਜੀ ਕਹਿ ਵੀ ਗਏ ਨੇ ਵੀ ਗੁਰਤਾ ਗੱਦੀ ਜ਼ਰੂਰ ਲੈਣੀ ਆ, ਜੋ ਮਰਜ਼ੀ ਹੋ ਜਾਏ, ਤੇ ਹੁਣ ਤੁਸੀਂ ਸਾਧਨ ਸਾਧੋ, ਪਾਪ ਕਰੋ ਤੇ ਜਿਹੜੀ ਗੁਰਤਾ ਗੱਦੀ ਆ ਉਹ ਤੁਸੀਂ ਲਵੋ। ਜੰਦੂ ਹਤੇ ਉਪਾਏ ਤੇ ਤਬ ਕੀਜੈ ਸ਼ਾਤੀ। ਚੰਦੂ ਪਾਪ ਕਰ ਰਿਹਾ ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨ ਦੇ, ਤੇ ਜਦੋਂ ਮਾਰੇਗਾ ਤੇ ਤੁਹਾਡੇ ਪਿਤਾ ਜੀ ਨੇ ਗੱਲ ਕਹੀ ਹੈ ਕਿ ਮਿਹਰਬਾਨ ਨੂੰ ਕਿਉਂ ਘਰ ਵਿੱਚ ਸ਼ਾਦੀ ਬਣਾਵੇ, ਉਸ ਵੇਲੇ ਉਹ ਆਪਣੇ ਘਰ ਵਿੱਚ ਖੁਸ਼ੀ ਮਨਾਵੇ। ਮਰਤ ਕਿਓ ਤੁਮ ਸੋ ਪਿਤਾ ਇਹ ਸੁਨੋ ਸੰਦੇਸਾ। ਤੁਹਾਡੇ ਪਿਤਾ ਨੇ ਮਰਨ ਵੇਲੇ ਅੰਤਲੇ ਸਮੇਂ ਤੁਹਾਨੂੰ ਇਹ ਸੁਨੇਹਾ ਦਿੱਤਾ, ਸੁਣੋ ਮਿਹਰਬਾਨ ਜੀ। ਸੁਨਿਓ ਪੁੱਤਰ ਅਰ ਪਾਰ ਜਾ ਉਰਲੇ ਹੱਥ ਕਲੇਸ਼ਾ। ਔਰ ਜਦੋਂ ਪ੍ਰਿਥੀ ਚੰਦ ਦਾ ਇਹ ਸੁਨੇਹਾ ਉਹਨਾਂ ਲੋਕਾਂ ਦੇ ਮੁਖੋਂ ਸੁਣਿਆ ਮਿਹਰਬਾਨ ਨੇ ਤੇ ਕਰਮੋਂ ਨੇ, ਇਹਨਾਂ ਦੇ ਮਨ ਵਿੱਚ ਭਾਰੀ ਕਲੇਸ਼ ਸੀ, ਦਰਦ ਸੀ, ਉਹ ਕੁਝ ਸਮੇਂ ਲਈ ਠੰਡਾ ਪਿਆ। ਦੋਹਰਾ ਮਿਹਰਬਾਨ ਮਨ ਮਾਨ ਕੈ ਮੌਨ ਠਾਨ ਰੇ ਪੌਨ। ਮਿਹਰਬਾਨ ਨੇ ਚੁੱਪ ਧਾਰਨ ਕਰ ਲਈ, ਕੁਝ ਨਹੀਂ ਬੋਲਿਆ, ਤੇ ਚੁੱਪ ਧਾਰਨ ਕਰਕੇ ਇਹ ਗੱਲ ਮੰਨ ਵੀ ਲਈ ਜਿਹੜੀ ਕਹੀ ਸੀ ਪ੍ਰਿਥੀ ਚੰਦ ਨੇ, ਉਹ ਮੰਨ ਵੀ ਲਈ ਤੇ ਚੁੱਪ ਕਰਕੇ ਆਪਣੇ ਘਰ ਵਿੱਚ ਰਿਹਾ। ਕਰੇ ਪ੍ਰਤੀਖਨ ਗੁਰ ਬਨੋ ਹੋਏ ਕਾਰਨ ਕੌਣ। ਹੁਣ ਮਿਹਰਬਾਨ ਵੀ ਉਡੀਕ ਕਰਨ ਲੱਗਾ ਕਿ ਐਸਾ ਕਿਹੜਾ ਸਬਬ ਬਣੇ, ਐਸਾ ਕਿਹੜਾ ਕਾਰਨ ਬਣੇ ਕਿ ਮੈਂ ਗੁਰੂ ਬਣ ਜਾਵਾਂ, ਮੈਨੂੰ ਗੁਰਤਾ ਗੱਦੀ ਪ੍ਰਾਪਤ ਹੋ ਜਾਵੇ। ਏਦਾਂ ਦੀਆਂ ਸੋਚਾਂ ਮਿਹਰਬਾਨ ਵੀ ਹੁਣ ਸੋਚਣ ਲੱਗਾ। ਦੋਹਰਾ ਸੰਮਤ ਸੋਰੇ ਸਤ ਹੋਤੇ ऊपर पंच मिलाए। ਜੀ ਸੰਮਤ ਬਕਰਮੀ 1605 ਦਾ ਸਾਲ ਸੀ। सप्तम होती असोज की
ਪ੍ਰਿਥਿਆ ਤਬ ਜਨਮਾਏ। ਅੱਸੂ ਦੀ ਸਪਤਮੀ ਵਾਲੇ ਦਿਨ ਪ੍ਰਿਥੀਏ ਦਾ ਜਨਮ ਹੋਇਆ ਸੀ ਗੁਰੂ ਰਾਮਦਾਸ ਦੇ ਘਰ ਮਾਤਾ ਭਾਨੀ ਦੇ ਉਦਰ ਤੋਂ। ਸੰਮਤ 1605 ਬਿਕਰਮੀ ਚ ਅੱਸੂ ਦੀ ਸਪਤਮੀ ਵਾਲੇ ਦਿਨ ਪ੍ਰਿਥੀ ਚੰਦ ਦਾ ਜਨਮ ਹੋਇਆ। ਨਿਸ਼ਾਨੀ ਚੰਦ ਸੋਰੇ 763 ਬਿਕੇ ਮਾਧਵ ਕੋ ਮਾਸਾ। ਔਰ 1663 ਸੰਮਤ ਬਿਕਰਮੀ ਦੇ ਵਿੱਚ ਵਿਸਾਖ ਦਾ ਮਹੀਨਾ ਸੀ। ਮਿਰਤਕ ਪਇਓ ਸੋ ਜਾਨੀਐ ਨੈ ਪੁਰਵੀ ਆਸਾ। ਪ੍ਰਿਥੀ ਚੰਦ ਦੀ ਮੌਤ ਹੋਈ, ਇਹਦੇ ਮਨ ਦੀ ਆਸ ਪੂਰੀ ਨਹੀਂ ਹੋ ਸਕੀ। ਬੁਰਾ ਸੁਚਿਤਵਤ ਗੁਰੂ ਕੋ ਸਭ ਬੈਸ ਬਿਤਾਈ। ਇਹਦੀ ਸਾਰੀ ਜ਼ਿੰਦਗੀ ਸਤਿਗੁਰਾਂ ਦੇ ਨਾਲ ਬੁਰਾ ਚਿਤਵਦੇ ਹੀ ਬੀਤੀ ਹੈ। ਇਹਦਾ ਸਾਰਾ ਜੀਵਨ ਪ੍ਰਿਥੀ ਚੰਦ ਦਾ ਮਹਾਰਾਜ ਜੀ ਦੇ ਨਾਲ ਬੁਰਾ ਚਿਤਵਦੇ ਹੀ ਬੀਤਿਆ। ਹਾਂਜੀ। ਜਿਮ ਤਸ ਕਰ ਸਸ ਕੋ ਕਹੈ ਜਰ ਕੇਹੋ ਨ ਜਾਈ। ਕਹਿੰਦੇ ਜਿਵੇਂ ਕੋਈ ਤਸਕਰ ਚੋਰ ਆਕਾਸ਼ ਵਿੱਚ ਚੰਨ ਚੜਿਆ ਹੋਵੇ ਨਾ, ਰਾਤ ਨੂੰ ਪੂਰਨਮਾਸ਼ੀ ਦਾ ਦਿਨ ਹੋਵੇ, ਕਿ ਚੰਨ ਨੂੰ ਵੇਖ ਕੇ ਕਹਿੰਦਾ ਸੜ ਕਿਉਂ ਨਹੀਂ ਜਾਂਦਾ ਚੰਨ, ਇਹਦੀ ਚਾਨਣੀ 'ਚ ਸਾਨੂੰ ਚੋਰੀ ਕਰਨੀ ਵੀ ਔਖੀ ਹੈ। ਜਿਵੇਂ ਚੋਰ ਕਹਿੰਦਾ ਕਿ ਇਹ ਚੰਨ ਸੜ ਕਿਉਂ ਨਹੀਂ ਜਾਂਦਾ, ਪਰ ਉਹਦੇ ਕਹਿਣ ਨਾਲ ਸੜਦਾ ਤਾਂ ਨਹੀਂ, ਚੰਨ ਨੇ ਫਿਰ ਉਸੇ ਤਰ੍ਹਾਂ ਹੀ ਰਹਿਣਾ। ਪਰ ਚਾਹੁੰਦਾ ਹੈ ਚੋਰ ਕਿ ਚੰਨ ਸੜ ਜੇ, ਪਰ ਉਹਦੇ ਚਾਹਣ ਨਾਲ ਚੰਨ ਕਦੇ ਨਹੀਂ ਸੜਦਾ। ਜਿਮ ਔਲੂਕ ਕੈ ਸੂਰ ਕੋ ਕਿਮ ਉਦਯਤ ਨੀਤਾ। ਜਿਵੇਂ ਉੱਲੂ ਕਹਿੰਦੇ ਨੇ ਸਵੇਰੇ ਜਦੋਂ ਸੂਰਜ ਚੜ੍ਹਦਾ, ਇਹ ਸੂਰਜ ਚੜ੍ਹਦੇ ਨੂੰ ਵੇਖ ਕੇ ਕਹਿੰਦੇ ਇਹ ਕਿੱਥੇ ਚੜ੍ਹ ਪਿਆ ਮਲੇਛ, ਇਹ ਕਿੱਥੇ ਪ੍ਰਕਾਸ਼ ਕਰਨ ਲੱਗ ਪਿਆ। ਜਿਵੇਂ ਉੱਲੂ ਨੂੰ ਚੜ੍ਹਿਆ ਹੋਇਆ ਸੂਰਜ ਵੇਖਦਾ ਤੇ ਉੱਲੂ ਕਹਿੰਦਾ ਇਹ ਕਿਉਂ ਚੜ੍ਹ ਗਿਆ। ਕਿਉਂ ਨਾ ਹਿਮਾਲੇ ਮੈਂ ਗਰੇ ਦੁੱਖ ਦੇ ਹਮ ਚੀਤਾ। ਉੱਲੂ ਕਹਿੰਦਾ ਇਹ ਸੂਰਜ ਹਿਮਾਲਿਆ ਪਰਬਤ ਦੀ ਬਰਫ਼ ਦੇ ਵਿੱਚ ਗਲ ਕੇ ਖਤਮ ਕਿਉਂ ਨਹੀਂ ਹੋ ਜਾਂਦਾ, ਇਹ ਸਾਨੂੰ ਦੁੱਖ ਦਿੰਦਾ। ਮੂਰਖ ਹੈ। ਉੱਲੂ ਦੇ ਸੋਚਣ ਨਾਲ ਕਦੇ ਸੂਰਜ ਠੰਡਾ ਹੋਇਆ, ਕਦੇ ਉਹਨੇ ਚੜ੍ਹਨਾ ਬੰਦ ਕੀਤਾ, ਪ੍ਰਕਾਸ਼ ਕਰਨਾ ਬੰਦ ਕੀਤਾ। ਚਾਹੁੰਦਾ ਹੈ ਉੱਲੂ, ਔਰ ਸਦੀਆਂ ਤੋਂ ਚਾਹ ਰਿਹਾ, ਸੈਂਕੜੇ ਸਾਲਾਂ ਤੋਂ ਚਾਹ ਰਿਹਾ ਉੱਲੂ ਕਿ ਇਹ ਖਤਮ ਹੋ ਜਾਏ, ਹਿਮਾਲਿਆ ਦੀ ਪਰਬਤ ਦੀ ਬਰਫ਼ ਦੇ ਵਿੱਚ ਗਲ ਜਾਵੇ। ਜਥਾ ਜਵਾਸੋ ਪਾਵਸੈ ਦੇ ਦੋਸ਼ ਬਡੇਰੇ। ਜਿਵੇਂ ਜਵਾਸੇ ਦਾ ਬੂਟਾ ਹੁੰਦਾ ਨਾ, ਉਹ ਜਦੋਂ ਮੀਂਹ ਪੈਂਦਾ ਤੇ ਮੀਂਹ ਨੂੰ ਦੋਸ਼ ਲਾਉਂਦਾ, ਉਹ ਮੀਂਹ ਦੇ ਪਾਣੀ ਦੇ ਉੱਤੇ ਦੋਸ਼ ਲਾਉਂਦਾ, ਕਹਿੰਦਾ ਹੈ ਬਿਨਾ ਚਾਹ ਕਿਉਂ ਬਰਸਤੋ ਹਮ ਹਰਿਤ ਕਨੇਰੇ। ਜਵਾਸੇ ਦਾ ਬੂਟਾ ਕਹਿੰਦਾ ਵੀ ਉਹ ਮੈਨੂੰ ਤਾਂ ਇੱਛਾ ਵੀ ਕੋਈ ਨਹੀਂ, ਤੂੰ ਕਿਉਂ ਵਰਦਾ, ਮੈਂ ਚੰਗਾ ਭਲਾ ਹਰਾ ਭਰਾ ਆ, ਤੂੰ ਕਿਉਂ ਵਰਦਾ। ਕਿਉਂਕਿ ਜਵਾਸੇ ਦੇ ਬੂਟੇ ਤੇ ਜਦੋਂ ਮੀਂਹ ਪੈਂਦਾ ਤੇ ਉਹ ਸੜ ਜਾਂਦਾ, ਇਸ ਕਰਕੇ ਜਵਾਸੇ ਦਾ ਬੂਟਾ ਮੀਂਹ ਨੂੰ ਰੋਕਦਾ ਵੀ ਤੂੰ ਕਿਉਂ ਵਰਦਾ, ਮੈਂ ਤਾਂ ਚੰਗਾ ਭਲਾ ਹਰਾ ਭਰਾ ਹਾਂ। ਪਰ ਉਹਦੇ ਕਹਿਣ ਨਾਲ ਕਿਤੇ ਮੀਂਹ ਵਰਸਣਾ ਹਟ ਥੋੜੀ ਜਾਂਦਾ ਹੈ, ਉਹਦੇ ਕਹਿਣ ਨਾਲ ਮੀਂਹ ਵਰਸਣਾ ਨਹੀਂ ਹਟਦਾ। ਬਾਟ ਪਾਰ ਜਿਮ ਪਾਤ ਕੀ ਨਿਜ ਘਾਤ ਤਕਾਵੇ। ਜਿਵੇਂ ਬਾਟ ਪਾਰ ਕਹਿੰਦੇ ਨੇ ਰਾਹ ਮਾਰ ਨੂੰ, ਜਿਹੜਾ ਰਸਤੇ 'ਚ ਖਲੋ ਕੇ ਲੁੱਟਦਾ ਉਹਨੂੰ ਬਾਟ ਮਾਰ ਕਹਿੰਦੇ ਨੇ। ਕਹਿੰਦੇ ਜਿਵੇਂ ਰਾਹ ਮਾਰ ਆਦਮੀ ਉਹ ਵੱਡਾ ਪਾਪ ਚਿਤਵਦਾ ਹੈ। ਧਰਮਾਤਮ ਮਈ ਪਾਲ ਕੋ ਗਨ ਦੋਸ਼ ਬਤਾਵੇ। ਉਹ ਜਿਹੜਾ ਰਾਹ ਮਾਰ ਬੰਦਾ ਹੈ, ਪਾਪ ਚਿਤਵਣ ਵਾਲਾ, ਉਹ ਆਪਣੇ ਦੇਸ਼ ਦਾ ਜਿਹੜਾ ਰਾਜਾ ਹੁੰਦਾ ਨਾ ਧਰਮਾਤਮਾ, ਉਹਦੇ 'ਚ ਦੋਸ਼ ਰੋਪਦਾ। ਕਹਿੰਦੇ ਸਾਡਾ ਤਾਂ ਰਾਜਾ ਹੀ ਬੜਾ ਮਾੜਾ ਹੈ ਦੇਸ਼ ਦਾ, ਵੀ ਸਾਨੂੰ ਤਾਂ ਰਾਹ ਮਾਰਨ ਵੀ ਨਹੀਂ ਦਿੰਦਾ, ਲੋਕਾਂ ਨੂੰ ਲੁੱਟਣ ਵੀ ਨਹੀਂ ਦਿੰਦਾ, ਅਸੀਂ ਕਿਹੜਾ ਗਰੀਬ ਨੂੰ ਲੁੱਟਦੇ ਆਂ, ਅਮੀਰ ਨੂੰ ਲੁੱਟਦੇ ਆਂ। ਕਹਿੰਦੇ ਉਹ ਤਾਂ ਸਾਨੂੰ ਰਾਜਾ, ਉਹ ਰਾਜੇ ਵਿੱਚ ਹੀ ਦੋਸ਼ ਆਰੋਪਦੇ ਆ, ਪਰ ਉਹਨਾਂ ਰਾਹ ਮਾਰਾਂ ਦੇ ਦੁਆਰਾ ਰਾਜੇ 'ਚ ਦੋਸ਼ ਆਰੋਪਣ ਨਾਲ ਰਾਜੇ ਦੀ ਹੇਠੀ ਤਾਂ ਨਹੀਂ ਹੁੰਦੀ, ਰਾਜੇ ਦਾ ਪ੍ਰਤਾਪ ਉਸੇ ਤਰ੍ਹਾਂ ਹੀ ਰਹਿੰਦਾ ਨਾ। ਉਹ ਹਾਲ ਪ੍ਰਿਥੀ ਚੰਦ ਦਾ ਸਾਰੀ ਜ਼ਿੰਦਗੀ ਸੋਚਦਾ ਰਿਹਾ ਗੁਰੂ ਸਾਹਿਬ ਦਾ ਬੁਰਾ ਚਿਤਵਣਾ, ਪਰ ਮੇਰੇ ਸਤਿਗੁਰਾਂ ਦਾ ਬੁਰਾ ਕਰ ਨਹੀਂ ਸਕਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸੋਚਦਾ ਰਿਹਾ ਬੁਰਾ ਕਰਨਾ, ਪਰ ਕਰ ਨਹੀਂ ਸਕਿਆ। ਪ੍ਰਿਥੀ ਚੰਦ ਵੱਲੋਂ ਗੁਰੂ ਸਾਹਿਬ ਦਾ ਕੁਝ ਵੀ ਵਿਗਾੜ ਨਹੀਂ ਹੋ ਸਕਿਆ।
ਮਹਾਰਾਜ ਜੀ ਦਾ ਕੁਝ ਵੀ ਇਹ ਵਿਗਾੜ ਨਹੀਂ ਸਕਿਆ। जार जथा कुटवार को नित चैत बिनासा। ਜਿਵੇਂ ਕੋਈ ਵਿਸ਼ਈ ਬੰਦਾ ਹੁੰਦਾ ਨਾ, ਵਿਕਾਰੀ, ਉਹਨੂੰ ਕੋਤਵਾਲ ਦਾ ਡਰ ਹੁੰਦਾ ਹੈ, ਥਾਣੇਦਾਰ ਦਾ ਉਹਨੂੰ ਡਰ ਹੁੰਦਾ ਹੈ। ਉਹ ਥਾਣੇਦਾਰ ਦਾ ਵਿਨਾਸ਼ ਕਰਨਾ ਚਾਹੁੰਦਾ ਜਿਹੜਾ ਵਿਸ਼ਈ ਪੁਰਸ਼ ਹੈ, ਪਰ ਉਹ ਕਰ ਨਹੀਂ ਸਕਦਾ। बक मराल को पद चिते किम पूर्वे आसा। ਬਗਲਾ ਹੰਸ ਦੀ ਪਦਵੀ ਚਾਹੁੰਦਾ ਹੈ, ਪਰ ਉਹ ਬਗਲਾ ਚਾਹੁੰਦਾ ਵੀ ਹੋਵੇ ਕਿ ਮੈਂ ਹੰਸ ਬਣ ਜਾਵਾਂ, ਉਹਦੀ ਆਸ ਪੂਰੀ ਨਹੀਂ ਹੁੰਦੀ। जिम बिरहन को चांदनी दीर्घ दुखदाई। ਜਿਵੇਂ ਕਿਸੇ ਪਤੀ ਤੋਂ ਵਿਛੜੀ ਹੋਈ ਇਸਤਰੀ ਲਈ ਚੰਦ ਦੀ ਚਾਨਣੀ ਬੜੀ ਜ਼ਿਆਦਾ ਦੁਖਦਾਈ ਹੁੰਦੀ ਹੈ। तथा अनुज की कीर्ति कबहू ना मन पाई। ਇਸੇ ਤਰ੍ਹਾਂ ਆਪਣੇ ਛੋਟੇ ਵੀਰ ਧੰਨ ਗੁਰੂ ਅਰਜਨ ਦੇਵ ਸਾਹਿਬ ਦੀ ਵਡਿਆਈ, ਮਹਾਰਾਜ ਜੀ ਦੀ ਕੀਰਤੀ ਬਾਬੇ ਪ੍ਰਿਥੀ ਚੰਦ ਨੂੰ ਕਦੇ ਵੀ ਚੰਗੀ ਨਹੀਂ ਸੀ ਲੱਗੀ। ਕਦੇ ਵੀ ਇੱਕ ਦਿਨ ਵੀ ਕਦੇ ਇਹਨੂੰ ਮਹਾਰਾਜ ਜੀ ਦੀ ਸਿਫਤ ਚੰਗੀ ਨਹੀਂ ਲੱਗੀ। जिम चुंबक बन पत बनन नित जतन करंता। जिम जुम्बत बन पत बनन नित जतन करंता। ਜੰਬਕ, ਜੰਬਕ ਕਹਿੰਦੇ ਨੇ ਗਿੱਦੜ ਨੂੰ। ਕਹਿੰਦੇ ਜਿਵੇਂ ਇੱਕ ਗਿੱਦੜ ਉਹ ਕਹੇ ਕਿ ਮੈਂ ਜੰਗਲ ਦਾ ਰਾਜਾ ਬਣਨਾ ਹੈ। ਹੁਣ ਗਿੱਦੜ ਜੰਗਲ ਦਾ ਰਾਜਾ ਨਹੀਂ ਬਣ ਸਕਦਾ, ਜੋ ਮਰਜ਼ੀ ਹੋ ਜਾਏ। ਇੱਕ ਵਾਰ ਕਿਤੇ ਇੱਕ ਗਿੱਦੜ ਲਲਾਰੀ ਦੇ ਮੱਟ 'ਚ ਡਿੱਗ ਪਿਆ। ਨੀਲਾ ਰੰਗ ਸੀ ਉਹਦੇ 'ਚ, ਰੰਗਿਆ ਗਿਆ ਸਾਰਾ ਸਰੀਰ। ਜਦੋਂ ਬਾਹਰ ਆਇਆ ਤੇ ਜੰਗਲ ਦੇ ਜਾਨਵਰ ਉਹਨੂੰ ਪਛਾਣਨ ਨਾ, ਇਹਨੇ ਆਖਿਆ ਵੀ ਮੈਨੂੰ ਪਛਾਣਦੇ ਨਹੀਂ। ਇਹਨੇ ਆਪਣੇ ਸਰੀਰ ਵੱਲ ਝਾਤ ਮਾਰੀ ਵੀ ਮੇਰੇ ਸਰੀਰ ਦਾ ਰੰਗ ਨੀਲਾ ਹੋ ਗਿਆ। ਇਹਨੇ ਆਪਣਾ ਨਾਂ ਧਰਾ ਲਿਆ ਵੀ ਮੈਂ ਨੀਲੂ ਰਾਜਾ। ਨੀਲੂ ਰਾਜਾ ਹੋ ਕੇ ਸਾਰੇ ਜੰਗਲ ਵਿੱਚ ਵਾਹਵਾ 5-7 ਦਿਨ ਇਹਨੇ ਆਪਣਾ ਰਾਜ ਚਲਾਇਆ। ਉਹ ਰੰਗ ਆਖਰਕਾਰ ਰਹਿੰਦਾ ਕਿੰਨਾ ਚਿਰ, ਚਲੋ ਰੰਗ ਭਾਵੇਂ ਰਹਿ ਵੀ ਜਾਂਦਾ। ਇਹਦੇ ਨਾਲ ਦੇ ਸਾਥੀ ਗਿੱਦੜ ਕਿਤੇ ਸਵੇਰੇ ਸਵੇਰੇ ਕੂਕੇ ਨਾ, ਜਦੋਂ ਇਹਨੇ ਵੀ ਕੂਕਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਕੂਕਿਆ ਤੇ ਜਿੰਨੇ ਜੰਗਲ ਦੇ ਜਾਨਵਰ ਸਨ ਸਾਰੇ ਇਹਨੂੰ ਪੈ ਗਏ ਚੀਰ ਫਾੜ ਕੇ ਦਾ। ਉਸੇ ਵੇਲੇ ਕਾਲ ਕਰ ਦਿੱਤਾ ਵੀ ਤੂੰ ਸਾਨੂੰ ਮੂਰਖ ਬਣਾਉਂਦਾ ਸੀ, ਤੂੰ ਤਾਂ ਗਿੱਦੜ ਹੈ। ਉਹ ਹਾਲ ਪ੍ਰਿਥਵੀ ਦਾ ਸੀ। ਹੈ ਗਿੱਦੜ, ਚਾਹੁੰਦਾ ਸੀ ਵੀ ਮੈਂ ਗੁਰੂ ਬਣ ਜਾ, ਜੰਗਲ ਦਾ ਰਾਜਾ ਬਣ ਜਾ। ਭਲਾ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਗਿੱਦੜ ਜੰਗਲ ਦਾ ਰਾਜਾ ਬਣ ਜਾਏ। केहर को काडन चाहे किम इच्छ पुरंता। ਜੰਗਲ ਦਾ ਰਾਜਾ ਬਣ ਕੇ ਗਿੱਦੜ ਕਹੇ ਮੈਂ ਸ਼ੇਰ ਨੂੰ ਜੰਗਲ ਚੋਂ ਬਾਹਰ ਕੱਢ ਦਿਆਂ, ਕਿਤੇ ਗਿੱਦੜ ਦੀ ਇੱਛਾ ਪੂਰੀ ਹੋ ਸਕਦੀ ਹੈ? ਉਹਦੀ ਇਹ ਤਾਂਘ ਕਿਤੇ ਪੂਰੀ ਹੋ ਸਕਦੀ? ਨਹੀਂ ਹੋ ਸਕਦੀ। गादी सीता लैन को रावण सम होआ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਗੱਦੀ ਨੂੰ ਲੈਣ ਵਾਸਤੇ ਇਹ ਰਾਵਣ ਬਣਿਆ ਹੋਇਆ ਸੀ। अबिलाखत ही पच गयो न सो सुख जोआ। ਮਨ 'ਚ ਇੱਛਾ ਰੱਖ ਕੇ ਹੀ ਮਰ ਗਿਆ। ਇੱਕ ਦਿਨ ਵੀ ਸੁੱਖ ਦਾ ਨਹੀਂ ਕੱਟਿਆ ਇਹਨੇ। ਇੱਕ ਦਿਨ ਵੀ ਸੁਖੀ ਮਨ 'ਚ ਤੇ ਸ਼ਾਂਤੀ ਹੈ ਹੀ ਨਹੀਂ ਸੀ। ਕਿਰਜਦਾ ਹੀ ਰਹਿੰਦਾ ਸੀ ਹਰ ਵੇਲੇ ਦਾ ਮਨ। कंस त्रिशन के हतन हित छल रचे कनेरे। ਜਿਵੇਂ ਕੰਸ ਨੇ ਕ੍ਰਿਸ਼ਨ ਨੂੰ ਮਾਰਨ ਵਾਸਤੇ ਬੜੇ ਛਲ ਰਚੇ। ਉਹਨੇ ਕਦੇ ਕਿਹਨੂੰ ਭੇਜਦਾ ਸੀ, ਕਦੇ ਕਿਹਨੂੰ ਭੇਜਦਾ ਸੀ, ਪਰ ਮਾਰ ਤਾਂ ਨਹੀਂ ਸਕਿਆ ਉਹ ਕੰਸ ਕ੍ਰਿਸ਼ਨ ਜੀ ਨੂੰ। ਕਹਿੰਦੇ ਜਿਵੇਂ ਕੰਸ ਕਈ ਤਰ੍ਹਾਂ ਦੇ ਯਤਨ ਚਿਤਵਦਾ ਸੀ ਕ੍ਰਿਸ਼ਨ ਜੀ ਨੂੰ ਮਾਰਨ ਦੇ। मारते आपे मर गयो तिम पृथ्विया हेरे। ਕ੍ਰਿਸ਼ਨ ਜੀ ਨੂੰ ਮਾਰਦਿਆਂ ਮਰ ਗਿਆ ਕੰਸ, ਨਹੀਂ ਮਾਰ ਸਕਿਆ। ਉਹੀ ਹਾਲਤ ਪ੍ਰਿਥੀ ਚੰਦ ਦੀ ਹੋਈ। ਗੁਰੂ ਅਰਜਨ ਦੇਵ ਸਾਹਿਬ ਨੂੰ ਮਾਰਨ ਦੇ ਕਈ ਯਤਨ ਚਿਤਵੇ, ਨਹੀਂ ਮਾਰ ਸਕਿਆ। ਆਖਰਕਾਰ ਆਪ ਹੀ ਮਰ ਗਿਆ। ਤੇ ਮਰਿਆ ਵੀ ਕਿਵੇਂ? ਚਾਵਲ ਖਾ ਕੇ ਮਰ ਗਿਆ। ਹੱਦ ਹੋ ਗਈ ਬਈ। ਪ੍ਰਮਾਤਮਾ ਨੇ ਜਦੋਂ ਮੌਤ ਦਾ ਕਾਰਨ ਬਣਾਉਣਾ ਹੁੰਦਾ ਤੇ ਕਿਵੇਂ ਬਣਾ ਦਿੰਦਾ ਹੈ, ਕੈਸਾ ਸਬਬ ਬਣਾ ਦਿੰਦਾ ਹੈ। ਇਸ ਤਰ੍ਹਾਂ ਮੌਤ ਹੋ ਗਈ। सस्सा कहे मैं शेर हूं ਗਰਬਤ ਵਿੱਚ ਪਾਈ। ਕਹਿੰਦੇ ਜਿਹੜਾ ਸਹਿਆ ਸੀ ਨਾ ਉਹ ਆਪਣੇ ਭਾਈਚਾਰੇ 'ਚ ਇਕੱਠਾ ਹੋਇਆ। ਉਹਦੇ ਨਾਲ ਦੇ ਹੋਰ ਸਹੇ ਖਰਗੋਸ਼
ਉਹਨਾਂ 'ਚ ਕਹਿੰਦਾ ਮੈਂ ਸ਼ੇਰ ਹਾਂ। ਆਪਣੇ ਭਾਈਚਾਰੇ ਵਿੱਚ ਖਲੋਤਾ ਕਹਿੰਦਾ ਮੈਂ ਸ਼ੇਰ ਹਾਂ। ਜਬ ਆਵੇ ਗੱਜ ਸਮੁਖ ਤਿਸ ਤਬ ਕੌਣ ਹਟਾਈ। ਹੁਣ ਸਿਆ ਕਹਿ ਤਾਂ ਦਿੰਦਾ ਫੁਕਰੀ ਵਿੱਚ ਆ ਕੇ ਕਿ ਮੈਂ ਸ਼ੇਰ ਹਾਂ, ਪਰ ਜਦੋਂ ਹਾਥੀ ਆ ਜਾਏ ਫਿਰ ਉਹਦਾ ਮੁਕਾਬਲਾ ਕੌਣ ਕਰੇ ਬਈ। ਹੁਣ ਹਾਥੀ ਆ ਜਾਏ ਉਹਦਾ ਸਿਆਂ ਤੇ ਚੜ ਕੇ ਤੇ ਫਿਰ ਮੁਕਾਬਲਾ ਕੌਣ ਕਰੇ। ਉਹ ਹਾਲ ਪ੍ਰਿਥੀ ਚੰਦ ਦਾ ਸੀ। ਭਾਈ ਸਾਹਿਬ ਵੇਖੋ ਇੱਥੇ ਇੰਨੀ ਉਦਾਹਰਨਾਂ ਵੇਖੋ ਕਿੰਨੀਆਂ ਦੇ ਦਿੱਤੀਆਂ ਨੇ ਭਾਈ ਸੰਤੋਖ ਸਿੰਘ ਜੀ ਨੇ। ਨਮਸਕਾਰ ਹੈ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੀ ਇਸ ਮਹਾਨ ਵਿਦਿਆ ਨੂੰ। ਭਾਈ ਸੰਤੋਖ ਸਿੰਘ ਬਾਰ-ਬਾਰ ਨਹੀਂ ਜੰਮਣਾ, ਬਲਿਆਰ ਜਾਈਏ। ਉਦਾਹਰਨਾਂ ਹੀ ਉਦਾਹਰਨਾਂ ਚੱਲੀ ਜਾ ਰਹੀਆਂ ਨੇ। ਵੇਖੋ ਕਿੰਨੀਆਂ ਉਦਾਹਰਨਾਂ ਦਿੱਤੀਆਂ ਨੇ ਭਾਈ ਸਾਹਿਬ ਨੇ, ਔਰ ਕਿਤਨੇ ਕਮਾਲ ਦੀਆਂ ਗੱਲਾਂ ਨੇ। ਕਹਿੰਦੇ ਸਿਆ ਆਪਣੇ ਭਾਈਚਾਰੇ 'ਚ ਕਹਿੰਦਾ ਵੀ ਮੈਂ ਸ਼ੇਰ ਆ, ਪਰ ਜਦੋਂ ਹਾਥੀ ਆਵੇਗਾ ਤੇ ਕੌਣ ਲੜੇਗਾ ਉਹਦੇ ਨਾਲ। ਗੱਲਾਂ ਨਾਲ ਤਾਂ ਬਣ ਗਿਆ ਸ਼ੇਰ, ਪਰ ਜਦੋਂ ਹਾਥੀ ਆਵੇ ਤੇ ਉਹਦੇ ਨਾਲ ਕੌਣ ਲੜੇ। ਗੁਰੂ ਬਨਿਓ ਮੈਂ ਨਿਤ ਕਏ ਜਬ ਜਮਦੇ ਪੀਰਾ। ਇਹ ਗੱਲ ਤਾਂ ਰੋਜ਼ ਕਹਿੰਦਾ ਸੀ ਪ੍ਰਿਥੀ ਚੰਦ ਵੀ ਮੈਂ ਗੁਰੂ ਆ। ਗੁਰਤਾ ਗੱਦੀ ਦੀ ਪੱਗ ਮੈਂ ਬੰਨੀ ਹੈ। ਇਹਨੇ ਖੋ ਕੇ ਬੰਨ ਲਈ ਸੀ ਨਾ ਪੱਗ। ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਤਾ ਗੱਦੀ ਦੀ ਪੱਗ ਪੰਜਵੇਂ ਪਾਤਸ਼ਾਹ ਦੇ ਸੀਸ ਤੇ ਬੰਨੀ ਨੇ, ਖੋ ਕੇ ਆਪਣੇ ਸਿਰ ਤੇ ਬੰਨ ਲਈ ਸੀ ਮੈਂ ਆ ਗੁਰੂ। ਤਾਂ ਆਪਣੇ ਚੇਲਿਆਂ 'ਚ ਪ੍ਰਚਾਰ ਵੀ ਇਹੀ ਕਰਦਾ ਸੀ। ਕਹਿੰਦੇ ਵੀ ਗੱਲਾਂ ਵਿੱਚ ਕਹਿ ਤਾਂ ਦਿੰਦਾ ਵੀ ਮੈਂ ਗੁਰੂ ਆ, ਪਰ ਜਦੋਂ ਇਹਦੇ ਚੇਲਿਆਂ ਨੂੰ ਫੜ ਕੇ ਜੰਮਾ ਨੇ ਗਰਸਣਾ ਫਿਰ ਉਹਨਾਂ ਜੰਮਾ ਤੋਂ ਬਚਾਵੇਗਾ ਕੌਣ। ਸਿੱਖਨ ਗਨ ਅਰ ਆਪ ਕੋ ਧਾਰੇ ਕੋ ਧੀਰਾ। ਸਹੀ ਨੇ ਕਹਿ ਤਾਂ ਦਿੱਤਾ ਵੀ ਮੈਂ ਸ਼ੇਰ ਆ, ਪਰ ਹਾਥੀ ਦਾ ਮੁਕਾਬਲਾ ਕੌਣ ਕਰੇ। ਇਹ ਕਹਿ ਤਾਂ ਦਿੰਦਾ ਸੀ ਵੀ ਮੈਂ ਗੁਰੂ ਆ, ਪਰ ਆਪਣੇ ਚੇਲਿਆਂ ਨੂੰ ਜੰਮਾ ਤੋਂ ਬਚਾਵੇ ਕੌਣ। ਆਪਣੇ ਚੇਲਿਆਂ ਦੇ ਵਿੱਚ ਆਪਣੇ ਆਪ ਨੂੰ ਗੁਰੂ ਕਰਕੇ ਸਦਾਉਂਦਾ ਸੀ। ਮਿਹਰਵਾਨ ਪ੍ਰਸਥਾਨ ਕੋ ਚਾਹੇ ਬਹੁ ਤੇਰਾ। ਹੁਣ ਉਧਰ ਬਾਬਾ ਮਿਹਰਵਾਨ ਜੀ ਨੂੰ ਇਹਦੇ ਜਿਹੜੇ ਚੇਲੇ ਨੇ ਪ੍ਰਿਥੀ ਚੰਦ ਦੇ ਉਹਨੂੰ ਪ੍ਰੇਰਦੇ। ਕਹਿੰਦੇ ਬਾਬਾ ਜੀ ਤੁਹਾਡੇ ਪਿਤਾ ਜੀ ਗਏ ਸੀ, ਜਿਹੜਾ ਕੰਮ ਅਧੂਰਾ ਰਹਿ ਗਿਆ ਚੰਦੂ ਕੋਲ ਜਾਣ ਦਾ, ਉਹ ਹੁਣ ਤੁਸੀਂ ਪੂਰਾ ਕਰੋ। ਹੁਣ ਤੁਹਾਡਾ ਫਰਜ਼ ਬਣਦਾ ਹੈ ਵੀ ਪਿਓ ਦਾ ਅਧੂਰਾ ਕੰਮ ਤੁਸੀਂ ਕਰਨਾ ਹੈ। ਜਨਨੀ ਜਾਨ ਨਾ ਦੇਤੈ ਕਰਨੇ ਹੋ ਕਨੇਰਾ। ਹੁਣ ਮਿਹਰਵਾਨ ਜਾਣਾ ਚਾਹੁੰਦਾ ਹੈ, ਪਰ ਉਹਦੀ ਮਾਂ ਨਹੀਂ ਜਾਣ ਦਿੰਦੀ। ਮਾਂ ਕਰਮੋਂ ਰੋਕ ਲੈਂਦੀ ਹੈ। ਬੜਾ ਨੇਹ ਹੈ ਉਹਦੇ ਮਨ ਵਿੱਚ ਆਪਣੇ ਪੁੱਤਰ ਦਾ। ਉਹ ਕਹਿੰਦੀ ਨਾ ਪੁੱਤਰਾ, ਛੱਡ ਇਹਨਾਂ ਵਕਤਾਂ ਨੂੰ, ਅੱਗੇ ਤੇਰਾ ਪਿਓ ਮਰ ਗਿਆ ਇਸੇ ਝੰਜਟਾਂ ਦੇ ਵਿੱਚ, ਤੇ ਕਿਤੇ ਹੁਣ ਤੇਰਾ ਵੀ ਕੁਝ ਇਹੋ ਜਿਹਾ ਨਾ ਹੋ ਜਾਏ। ਮੈਂ ਤਾਂ ਜਿਉਂਦੀ ਮਰ ਜਾਾਂਗੇ ਜੇ ਤੈਨੂੰ ਕੁਝ ਹੋ ਗਿਆ। ਇਹਦੀ ਮਾਂ ਇਹਨੂੰ ਰੋਕਦੀ ਆ, ਵਰਜਦੀ ਆ, ਉਹ ਜਾਣ ਨਹੀਂ ਦਿੰਦੀ ਕਿਤੇ। ਏ ਸੁਤ ਤੂੰ ਅਬ ਆਸਰਾ ਸਿੱਖ ਸੰਗਤ ਕੇਰਾ। ਕਹਿੰਦੀ ਆ ਪੁੱਤਰ ਹੁਣ ਤੂੰ ਮੇਰਾ ਵੀ ਆਸਰਾ ਹੈ, ਤੇ ਜਿਹੜੀ ਆਪਣੀ ਸੰਗਤ ਹੈ ਮੀਣਿਆਂ ਦੀ, ਇਹਨਾਂ ਦਾ ਆਸਰਾ ਵੀ ਤੂੰ ਹੈ। ਮੈਂ ਆਨੰਦ ਤੇ ਰਹਿਤ ਹਾਂ ਪਿਖ ਕਰ ਮੁਖ ਤੇਰਾ। ਮੈਂ ਤੇਰਾ ਮੁਖ ਵੇਖ ਕੇ ਆਨੰਦ ਨਾਲ ਰਹਿਨੀ ਆ, ਤੇਰੀ ਸ਼ਕਲ ਵੇਖ ਕੇ ਮੈਂ ਜਿਉਂਦੀ ਆ। ਤੋਹੇ ਪਿਤਾ ਮਾਂ ਜਗ ਗੁਰੂ ਅਜਮਤ ਧਰ ਭਾਰੀ। ਤੇਰੇ ਜਿਹੜੇ ਦਾਦਾ ਜੀ ਸਨ ਨਾ, ਉਹ ਬੜੇ ਮਹਾਨ ਗੁਰੂ ਸੀ। ਮਿਹਰਵਾਨ ਦੇ ਦਾਦਾ ਜੀ ਕੌਣ ਨੇ? ਧੰਨ ਗੁਰੂ ਰਾਮਦਾਸ। ਉਹ ਕਹਿੰਦੇ ਤੇਰੇ ਦਾਦਾ ਜੀ ਬੜੇ ਮਹਾਨ ਗੁਰੂ ਸੀ। ਕਰਮੋਂ ਕਹਿੰਦੀ ਹੈ ਗੁਰੂ ਸਾਹਿਬ ਗੁਰੂ ਰਾਮਦਾਸ ਜੀ ਪ੍ਰਤੀ ਇਹਦੇ ਮਨ 'ਚ ਸ਼ਰਧਾ ਸੀ ਵੀ ਉਹ ਬੜੇ ਮਹਾਨ ਗੁਰੂ ਸਨ, ਅਜਮਤਾਂ ਦੇ ਕਰਾਮਾਤਾਂ ਦੇ ਬੇਅੰਤ ਮਾਲਕ ਸਨ। ਨਰ ਨਿਹਾਲ ਕਰ ਸੈਂਕਰੇ ਦੁਰਮਤ ਉਰਟਾਰੀ। ਉਹਨਾਂ ਨੇ ਆਪਣੇ ਚਰਨਾਂ ਵਿੱਚ ਆਏ ਹੋਏ ਸੈਂਕੜੇ ਲੋਕਾਂ ਦਾ ਜੀਵਾਂ ਦਾ ਨਿਹਾਲ ਕੀਤਾ। ਉਹਨਾਂ ਦੇ ਸਾਰੇ ਦੁੱਖ ਟਾਲੇ। ਬਖਸ਼ਤ ਨਵ ਨਿਧ ਸਿੱਧ ਕੋ ਪਿਖ ਕੈ ਨਿਜ ਸੇਵਾ। ਆਪਣੀ ਸੇਵਾ ਵੇਖ ਕੇ ਗੁਰੂ ਰਾਮਦਾਸ ਜੀ ਨੇ ਬੜਿਆਂ ਨੂੰ ਨਿੱਧੀਆਂ ਸਿੱਧੀਆਂ ਦੀਆਂ ਦਾਤਾਂ ਬਖਸ਼ੀਆਂ। ਪੂਜਨੀਏ ਸਭ ਕੇ ਪਾਏ ਜਗ ਸ਼੍ਰੀ ਗੁਰਦੇਵਾ। ਇਹ ਸਾਰਿਆਂ ਦੇ ਪੂਜਨੀਏ ਹੋਏ ਨੇ ਔਰ ਸਾਰੇ ਜਗਤ ਦੇ ਗੁਰਦੇਵ ਹਨ। ਤੋਹੇ ਪਿਤਾ ਸੇਵੇ ਨਹੀਂ ਹੋਏ ਨਾ ਅਨੁਸਾਰੀ। ਪੁੱਤਰਾ
ਗੁਰਤਾ ਗੱਦੀ ਤਾਂ ਤੇਰੇ ਪਿਤਾ ਨੂੰ ਉਹਨਾਂ ਕੋਲੋਂ ਹੀ ਮਿਲ ਜਾਣੀ ਸੀ ਜੇ ਤੇਰਾ ਪਿਓ ਉਹਨਾਂ ਦੀ ਸੇਵਾ ਕਰਦਾ। ਤੇਰੇ ਪਿਓ ਨੇ ਉਹਨਾਂ ਦੀ ਸੇਵਾ ਨਹੀਂ ਕੀਤੀ, ਉਹਨਾਂ ਦੀ ਕਦੇ ਸੇਵਾ ਦੇ ਵਿੱਚ ਉਹ ਤਤਪਰ ਨਹੀਂ ਹੋਇਆ। ਸਮਤਾ ਕੋ ਕਰ ਤੋਰਿਓ ਕਟੁ ਗਿਰਾ ਉਚਾਰੀ। ਉਹ ਤਾਂ ਸਗੋਂ ਗੁਰੂ ਰਾਮਦਾਸ ਜੀ ਦੀ ਬਰਾਬਰੀ ਕਰਦਾ ਰਿਹਾ ਹੈ, ਉਹਨਾਂ ਦੀ ਸੇਵਾ ਨਹੀਂ ਕੀਤੀ। ਔਰ ਕਈ ਵਾਰ ਉਹ ਗੁਰੂ ਰਾਮਦਾਸ ਜੀ ਨਾਲ ਲੜਿਆ ਵੀ ਹੈ ਤੇਰਾ ਪਿਤਾ। ਇਹਦਾ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਆਉਂਦਾ। ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ ਕਿ ਪ੍ਰਿਥੀਆ ਕਈ ਵਾਰ ਲੜਿਆ ਗੁਰੂ ਰਾਮਦਾਸ ਜੀ ਨੂੰ, ਬੜੇ ਕੌੜੇ ਕੌੜੇ ਬੋਲ ਉਹਨੇ ਬੋਲੇ ਸਨ। ਤੇ ਮਹਾਰਾਜ ਜੀ ਨੇ ਕਿਹਾ ਸੀ ਕਾਹੇ ਪੂਤ ਝਗਰਤ ਹੋ ਸੰਗ ਬਾਪ। ਇਹ ਗੁਰੂ ਰਾਮਦਾਸ ਸਾਹਿਬ ਨੇ ਬਚਨ ਵੀ ਕਹੇ ਸਨ, ਕਰਮੋਂ ਵੀ ਕਹਿ ਰਹੀ। ਉਹਨੂੰ ਇਹ ਗੱਲ ਦਾ ਇਲਮ ਹੈ ਕਰਮੋਂ ਨੂੰ ਵੀ ਇਹਨੂੰ ਗੁਰਤਾ ਕਿਉਂ ਨਹੀਂ ਮਿਲੀ। ਉਹ ਕਹਿੰਦੇ ਉਹਨੇ ਸੇਵਾ ਨਹੀਂ ਕੀਤੀ। ਦੂਜਾ ਉਹ ਗੁਰੂ ਰਾਮਦਾਸ ਜੀ ਨਾਲ ਲੜਦਾ ਰਿਹਾ, ਕਈ ਵਾਰ ਉਹਨਾਂ ਦੇ ਬਰਾਬਰ ਹੋ ਕੇ ਉਹਨਾਂ ਦੇ ਨਾਲ ਕੌੜਾ ਬੋਲਦਾ ਰਿਹਾ। ਕਯੋ ਨ ਮਾਨੇ ਕੁਛ ਕਬੈ ਜਾਣੇ ਪਿਤ ਮੇਰਾ। ਉਹ ਕਦੇ ਵੀ ਗੁਰੂ ਰਾਮਦਾਸ ਜੀ ਦਾ ਕਹਿਣਾ ਨਹੀਂ ਸੀ ਮੰਨਦਾ। ਔਰ ਇਹ ਕਹਿੰਦਾ ਸੀ ਵੀ ਮੇਰਾ ਪਿਓ ਹੈ, ਬਸ ਇਹੀ ਸਮਝਦਾ ਸੀ ਵੀ ਮੇਰਾ ਪਿਤਾ ਹੈ। ਪ੍ਰਭੂ ਨ ਜਾਣਿਓ ਅਦਬ ਕਰ ਲੜ ਤੋਬੋ ਬੇਰਾ। ਉਹਨਾਂ ਨੂੰ ਪ੍ਰਮਾਤਮਾ ਰੂਪ ਕਰਕੇ ਨਹੀਂ ਵੇਖਿਆ, ਇਹਨੇ ਪਿਓ ਕਰਕੇ ਹੀ ਵੇਖਦਾ ਰਿਹਾ। ਪ੍ਰਮਾਤਮਾ ਰੂਪ ਕਰਕੇ ਨਹੀਂ ਵੇਖਿਆ ਤੇ ਨਾ ਹੀ ਉਹਨਾਂ ਨੂੰ ਪ੍ਰਮਾਤਮਾ ਰੂਪ ਜਾਣ ਕੇ ਕਦੇ ਉਹਨਾਂ ਦਾ ਅਦਬ ਕੀਤਾ, ਉਹਨਾਂ ਦਾ ਕਦੇ ਨੇ ਸਤਿਕਾਰ ਨਹੀਂ ਕੀਤਾ। ਸਾਸ ਰਹੀ ਸਮਝਾਵਤੀ ਜੇ ਚਹਿ ਗੁਰ ਗਾਦੀ। ਮੇਰੀ ਸੱਸ ਬੜੀ ਸਿਆਣੀ ਸੀ ਮਾਤਾ ਭਾਨੀ, ਉਹ ਕਈ ਵਾਰ ਸਮਝਾਉਂਦੀ ਸੀ ਤੇਰੇ ਪਿਤਾ ਨੂੰ ਕਿ ਪੁੱਤਰਾ ਏਦਾਂ ਦੀਆਂ ਆਦਤਾਂ ਛੱਡ ਦੇ, ਜੇ ਤੂੰ ਮਾਣ ਲੈਣਾ ਸਤਿਕਾਰ ਲੈਣਾ ਤੇ ਗੁਰੂ ਰਾਮਦਾਸ ਜੀ ਦੀ ਸੇਵਾ ਕਰਿਆ ਕਰ, ਉਹਨਾਂ ਦੀ ਆਗਿਆ 'ਚ ਚੱਲਿਆ ਕਰ। ਮੇਰੀ ਸੱਸ ਵੀ ਸਮਝਾਉਂਦੀ ਰਹੀ, ਪਰ ਤੇਰੇ ਪਿਤਾ ਦੀ ਮੱਤ ਤੇ ਇਹੋ ਜਿਹਾ ਪੜਦਾ ਪਿਆ ਵੀ ਉਹ ਨਹੀਂ ਸਮਝਿਆ। ਸਮਤਾ ਕਰੋ ਨਾ ਪਿਤਾ ਕੀ ਨੈ ਹੂਜੇ ਬਾਦੀ। ਸਾਡੀ ਮਾਤਾ ਕਹਿੰਦੀ ਰਹੀ ਕਿ ਤੂੰ ਆਪਣੇ ਪਿਤਾ ਦੀ ਬਰਾਬਰੀ ਨਾ ਕਰ। ਨਾਹੇ ਤਲੇ ਹੈ ਦਾਸ ਕੋ ਛੂਛੇ ਰਹਿ ਜਾਵੋ। ਕਹਿੰਦੀ ਸੀ ਕਿ ਗੁਰਤਾ ਗੱਦੀ ਜੇ ਤੇਰੀ ਇਹ ਆਦਤ ਰਹੀ ਤੇ ਤੁਹਾਡਾ ਕੋਈ ਸੇਵਾਦਾਰ ਗੁਰੂ ਘਰ ਦਾ ਲੈ ਜਾਏਗਾ, ਤੁਸੀਂ ਖਾਲੀ ਰਹਿ ਜਾਓਗੇ। ਸੇਵਾ ਕੇ ਬਸ ਹੋਤੇ ਤੁਮ ਸੇਵ ਕਮਾਵੋ। ਗੁਰੂ ਸਾਹਿਬ ਸੇਵਾ ਦੇ ਵਸ ਨੇ, ਇਸ ਕਰਕੇ ਤੂੰ ਉਹਨਾਂ ਦੀ ਸੇਵਾ ਕਰਿਆ ਕਰ। ਇਹ ਉਹ ਕਹਿੰਦੀ ਸੀ ਸਾਡੀ ਮਾਤਾ। ਏਕ ਨ ਮਾਨੀ ਕਿਸੇ ਕੀ ਨਿਜ ਹਿਤ ਨੇ ਜਾਨਾ। ਪਰ ਤੇਰੇ ਪਿਤਾ ਨੇ ਹੱਠ ਕਰਕੇ ਕਿਸੇ ਦੀ ਨਹੀਂ ਮੰਨੀ, ਔਰ ਉਹਨੇ ਇੱਕ ਗੱਲ ਕਿਸੇ ਦੀ ਨਹੀਂ ਜਾਣੀ ਨਾ ਮੰਨੀ, ਬਸ ਆਪਣੀਆਂ ਮਰਜ਼ੀਆਂ ਕਰਦਾ ਰਿਹਾ। ਲੱਖ ਵਿਸਾਲ ਬੁੱਧ ਆਪਨੀ ਔਰ ਮੈਂ ਗਰਬਾਨਾ। ਔਰ ਹੰਕਾਰ ਕਰਦਾ ਸੀ ਵੀ ਮੈਂ ਵੱਡਾ ਪੁੱਤਰ ਆ, ਮੇਰੇ ਦਿਮਾਗ ਮੇਰਾ ਬੜਾ, ਮੇਰੀ ਬੁੱਧੀ ਬੜੀ ਵਿਸ਼ਾਲ ਹੈ। ਇਹ ਜਾਣ ਕੇ ਉਹ ਆਪਣੇ ਮਨ 'ਚ ਹੰਕਾਰ ਕਰਦਾ ਸੀ। ਅਰਜਨ ਆਇਸ ਮਾਨ ਕਰ ਲਵਪੁਰੀ ਸਿਧਾਵਾ। ਤੇ ਜਦੋਂ ਲਾਹੌਰ ਜਾਣ ਦੀ ਗੱਲ ਆਈ, ਵਿਆਹ ਤੇ ਜਾਣਾ ਸੀ, ਉਦੋਂ ਕਿਹਾ ਤੇਰੇ ਪਿਤਾ ਨੂੰ ਇਹ ਨਹੀਂ ਗਿਆ। ਉਸ ਵੇਲੇ ਗੁਰੂ ਰਾਮਦਾਸ ਜੀ ਦੇ ਬਚਨ ਗੁਰੂ ਅਰਜਨ ਦੇਵ ਸਾਹਿਬ ਨੇ ਮੰਨੇ। ਉਹ ਲਾਹੌਰ ਗਏ, ਉੱਥੇ ਜਾ ਕੇ ਉਹਨਾਂ ਨੇ ਸ਼ਾਦੀ ਦੇ ਸਮਾਗਮ ਦੇ ਵਿੱਚ ਸੇਵਾ ਕੀਤੀ। ਇਸਈ ਤੇ ਸੋ ਪ੍ਰਸੰਨ ਹੋਏ ਤਿਨ ਕੇ ਮਨ ਭਾਵਾ। ਬਸ ਇਸੇ ਗੱਲ ਤੋਂ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਸਾਹਿਬ ਤੇ ਪ੍ਰਸੰਨ ਹੋ ਗਏ। ਤੇਰੇ ਪਿਤਾ ਨੇ ਨਹੀਂ ਮੰਨਿਆ, ਜੇ ਉਹ ਮੰਨ ਲੈਂਦਾ ਤੇ ਇਹਦੇ ਤੇ ਪ੍ਰਸੰਨ ਹੋ ਜਾਂਦੇ। ਗੁਰੂ ਅਰਜਨ ਦੇਵ ਸਾਹਿਬ ਤੇ ਇਸੇ ਕਰਕੇ ਗੁਰੂ ਰਾਮਦਾਸ ਜੀ ਪ੍ਰਸੰਨ ਹੋਏ ਔਰ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ। ਗੁਰਤਾ ਗਾਦੀ ਪਰ ਥਿਰਿਓ ਅਜਮਤ ਕੋ ਪਾਏ। ਉਹ ਗੁਰਤਾ ਗੱਦੀ ਦੇ ਉੱਤੇ ਥਿਰ ਹੋਏ ਤੇ ਕਰਾਮਾਤਾਂ ਪ੍ਰਾਪਤ ਕੀਤੀਆਂ। ਦੇਖ ਨਿਕਟ ਤੇਰੇ ਹੱਥਿਓ ਸੁਲਈ ਤਸ ਜਾਏ। ਦੇਖ ਕਿੱਡੀ ਕਰਾਮਾਤ ਹੈ ਗੁਰੂ ਅਰਜਨ ਦੇਵ ਕੋਲ। ਮੈਨੂੰ ਤਾਂ ਹੁਣ ਸੁੱਝ ਗਈ ਹੈ ਕਿ ਜਿਹੜਾ ਸੁਲੀ ਖਾਂ ਮਾਰਨ ਆਇਆ ਸੀ ਗੁਰੂ ਅਰਜਨ ਸਾਹਿਬ ਨੂੰ, ਵੇਖ ਕਿਵੇਂ ਤੇਰੀਆਂ ਅੱਖਾਂ ਦੇ ਸਾਹਮਣੇ ਇੱਥੇ ਪੱਠੇ 'ਚ ਸੜ ਕੇ ਮਰ ਗਿਆ ਹੈ। ਸੁਲਬੀ ਗਮਨਿਓ ਪਕਰਨੋ
ਮਗ ਵਿਖੇ ਸੰਘਾਰਾ। ਫਿਰ ਸੁਲਭੀ ਖਾਂ ਭੇਜਿਆ ਸੀ, ਉਹ ਵੀ ਰਸਤੇ ਵਿੱਚ ਮਰ ਗਿਆ, ਗੁਰੂ ਅਰਜਨ ਦੇਵ ਸਾਹਿਬ ਤੱਕ ਨਹੀਂ ਪਹੁੰਚ ਸਕਿਆ। ਤੋਏ ਪਿਤਾ ਅਸਗਤ ਪਾਈ ਕੁਛ ਚੱਲਿਓ ਨਾ ਚਾਰਾ। ਫਿਰ ਵੇਖ ਤੇਰੇ ਪਿਓ ਦੀ ਕੀ ਹਾਲਤ ਹੋਈ ਆ, ਅੰਤਲੇ ਵੇਲੇ ਉਹਦਾ ਮੂੰਹ ਵੇਖਣਾ ਵੀ ਸਾਨੂੰ ਨਸੀਬ ਨਹੀਂ ਹੋਇਆ, ਸਾਡਾ ਕੋਈ ਚਾਰਾ ਨਹੀਂ ਚੱਲਿਆ। ਘਰ ਆਪਣੇ ਗੁਜਰਾਨ ਬੋ ਸਿੱਖ ਸੇਵਕ ਆਵੇ। ਪੁੱਤਰਾ ਤੈਨੂੰ ਨਹੀਂ ਕਿਤੇ ਜਾਣ ਦੀ ਲੋੜ, ਆਪਣੇ ਘਰ ਵਿੱਚ ਵਧੀਆ ਆਪਣਾ ਗੁਜ਼ਾਰਾ ਚੱਲ ਰਿਹਾ, ਸਿੱਖ ਸੇਵਕ ਆਪਣੇ ਕੋਲ ਆਉਂਦੇ ਨੇ, ਵਧੀਆ ਪੂਜਾ ਤੇਰੀ ਹੁੰਦੀ, ਤੂੰ ਘਰ ਵਿੱਚ ਬੈਠਾ ਰਹੋ। ਬੈਠੇ ਕਰੋ ਆਨੰਦ ਕੋ ਸੁਖ ਲਿਓ ਮਨ ਭਾਵੇ। ਇੱਥੇ ਬੈਠੇ ਆਨੰਦ ਕਰੋ ਤੇ ਮਨ ਭਾਉਂਦੇ ਸੁਖ ਲਵੋ। ਕਰਾਮਾਤ ਕੋ ਜੋਰ ਤੇ ਨਰ ਕਿਤੇ ਸੰਘਾਰੇ। ਵੇਖ ਗੁਰੂ ਅਰਜਨ ਦੇਵ ਸਾਹਿਬ ਕੋਲ ਕਰਾਮਾਤਾਂ ਦਾ ਜ਼ੋਰ ਹੈ, ਉਹਨਾਂ ਨੇ ਕਿੰਨੇ ਬੰਦੇ ਆਪਣੀ ਕਰਾਮਾਤ ਨਾਲ ਹੀ ਮਾਰ ਦਿੱਤੇ ਆ। ਕਰਮੋਂ ਕਹਿੰਦੇ ਮਰੇ ਤਾਂ ਉਹ ਆਪਣੀਆਂ ਕਰਤੂਤਾਂ ਕਰਕੇ, ਪਰ ਕਰਮੋਂ ਨੂੰ ਜਿਵੇਂ ਸੁਝਦੀ ਆ, ਇਹਦੇ ਦਿਮਾਗ 'ਚ ਜਿਵੇਂ ਆਉਂਦੀ ਉਵੇਂ ਬੋਲਦੀ ਹੈ। ਕਹਿੰਦੀ ਵੇਖ ਗੁਰੂ ਨੇ ਕਿਵੇਂ ਕਰਾਮਾਤਾਂ ਨਾਲ ਇਹਨਾਂ ਸਾਰਿਆਂ ਨੂੰ ਮਾਰ ਦਿੱਤਾ ਹੈ। ਨੈ ਗਮਨੋ ਕਰ ਬੈਰ ਕੋ ਜੀਵਨ ਚਿਤ ਤਾਰੇ। ਤੂੰ ਆਪਣੇ ਮਨ 'ਚ ਨਹੀਂ ਉਹਨਾਂ ਪ੍ਰਤੀ ਵੈਰ ਕਰਨਾ ਜੇ ਆਪਣਾ ਜੀਵਨ ਚਾਹੁੰਦਾ ਹੈ। ਜਿਨ ਮਾਰਿਓ ਨਿਜ ਪ੍ਰਾਤ ਕੋ ਲਖ ਸ਼ਤਰੂ ਸਮਾਨਾ। ਜਿਨ੍ਹਾਂ ਨੇ ਆਪਣੀ ਕਰਾਮਾਤ ਨਾਲ ਆਪਣਾ ਭਰਾ ਮਾਰ ਦਿੱਤਾ ਸੱਤਾ ਵੱਡਾ, ਕਰਮੋਂ ਨੇ ਵੀ ਦੋਸ਼ ਹੁਣ ਸਤਿਗੁਰਾਂ ਤੇ ਹੀ ਲਾਇਆ। ਮਰਿਆ ਭਵੇਂ ਆਪਣੀ ਆਈ ਨਾਲ ਪ੍ਰੀਤੀਆ। ਕਹਿੰਦੀ ਗੁਰੂ ਅਰਜਨ ਦੇਵ ਨੇ ਮਾਰਿਆ ਕਰਾਮਾਤ ਨਾਲ, ਜਿਨ੍ਹਾਂ ਆਪਣਾ ਵੱਡਾ ਭਰਾ ਮਾਰ ਦਿੱਤਾ ਦੁਸ਼ਮਣ ਬਣਾ ਕੇ, ਤੂੰ ਤਾਂ ਫਿਰ ਅੱਗੋਂ ਉਹਦਾ ਦੇ ਭਰਾ ਦਾ ਪੁੱਤਰ ਹੈ, ਦੂਜੀ ਥਾਂ ਤੇ ਹੈ, ਤੈਨੂੰ ਮਾਰਦਿਆ ਕਿਹੜਾ ਉਹਨਾਂ ਨੇ ਦੇਰੀ ਲਾਉਣੀ ਹੈ। ਕਹਾਂ ਭਤੀਜਾ ਸੋ ਕਰੇ ਔਰ ਪਿਆਰ ਮਾਨਾ। ਤੇ ਭਤੀਜੇ ਨੂੰ ਮਾਰਨਾ ਕਿਹੜਾ ਉਹਨਾਂ ਵਾਸਤੇ ਔਖਾ ਹੋਣਾ। ਬਹੁ ਫਲ ਪਾਇਓ ਬੈਰ ਤੇ ਅਬ ਟਿਕੋ ਆਵਾਸਾ। ਬੜਾ ਫਲ ਵੈਰ ਦਾ ਪਾ ਲਿਆ ਪੁੱਤਰਾ, ਹੁਣ ਘਰ ਵਿੱਚ ਹੀ ਰਹਿ, ਹੁਣ ਨਾ ਜਾਈ ਕਿਤੇ। ਪ੍ਰਥਮੇ ਕਾਡੇ ਨਗਰ ਤੇ ਤੋਮਤ ਦੇ ਤਰਾਸਾ। ਆ ਵੇਖ ਕਿੰਨੀਆਂ ਤੋਮਤਾਂ ਲਾ ਕੇ ਪਹਿਲਾਂ ਸਾਨੂੰ ਨਗਰ ਵਿੱਚੋਂ ਕੱਢਿਆ, ਹੁਣ ਨਹੀਂ ਅਸੀਂ ਕਿਤੇ ਹੋਰ ਜਾਣਾ। ਇਤਿਆਦਕ ਮਾਤਾ ਕਹਿਓ ਨੀਕੇ ਸਮਝਾਵਾ। ਇਹਦਾ ਕਰਮੋਂ ਬਾਬੇ ਮਿਹਰਬਾਨ ਨੂੰ ਮੱਤਾਂ ਦੇ ਕੇ ਸਮਝਾਉਂਦੀ ਐ। ਮਿਹਰਬਾਨ ਡਰ ਪਿਓ ਤਬੈ ਕਰ ਬੈਠ ਰਾਵਾ। ਮਿਹਰਬਾਨ ਦੀ ਛੋਟੀ ਉਮਰ ਸੀ, ਮਾਂ ਦੀਆਂ ਗੱਲਾਂ ਸੁਣ ਕੇ ਡਰ ਗਿਆ। ਇਹ ਨਹੀਂ ਕਹਿੰਦਾ ਮੈਂ ਨਹੀਂ ਜਾਂਦਾ ਮਾਤਾ ਕਿਤੇ, ਮੈਂ ਤਾਂ ਘਰ ਹੀ ਰਹਾਂਗਾ। ਨਹੀਂ ਜਾਣ ਕੀ ਮਤ ਕਰੀ ਕਿਸਈ ਇਸ ਥਾਨੇ। ਇਹਨੇ ਇਸੇ ਜਗ੍ਹਾ ਤੇ ਰਹਿਣ ਵਾਸਤੇ ਆਪਣੇ ਮਨ 'ਚ ਸੰਕਲਪ ਕਰ ਲਿਆ ਮਿਹਰਬਾਨ ਨੇ। ਰਿਓ ਗ੍ਰਾਮ ਕੋਠੇ ਵਿਖੇ ਤਿੰਨ ਕੇ ਸਿੱਖ ਮਾਨੇ। ਇਹ ਕੋਠੇ ਪਿੰਡ ਦੇ ਵਿੱਚ ਹੀ ਰਹੇ, ਔਰ ਕੋਠੇ ਪਿੰਡ ਦੇ ਵਿੱਚ ਹੀ ਰਹਿ ਕੇ ਉੱਥੇ ਇਹਨਾਂ ਦੀ ਸਿੱਖੀ ਸੇਵਕੀ ਸੀ। ਆਲੇ ਦੁਆਲੇ ਇਲਾਕੇ 'ਚ ਉਹ ਮਿਹਰਬਾਨ ਨੂੰ ਮੰਨਦੀ ਰਹੀ। ਉਧਰ ਚੰਦੂ ਨੂੰ ਜਦੋਂ ਪ੍ਰਿਥੀਏ ਦੀ ਮੌਤ ਦੀ ਖਬਰ ਮਿਲੀ ਹੈ, ਉਹਦੇ ਵਾਸਤੇ ਵੀ ਇੱਕਦਮ ਹਨੇਰਾ ਜਿਹਾ ਛਾ ਗਿਆ ਵੀ ਮੈਂ ਜਿਹੜਾ ਉਪਾਅ ਕਰਦਾ ਉਹ ਪੂਰਾ ਨਿਭਦਾ ਹੀ ਨਹੀਂ, ਜਾਂਦਾ ਹੀ ਨਹੀਂ। ਹਾਲਾਂਕਿ ਕਈ ਉਪਾਅ ਕਰ ਚੁੱਕਾ ਹੈ, ਕਦੇ ਸੁਲੀ ਖਾਂ ਨੂੰ ਭੇਜ ਕੇ ਵੀ ਵੇਖ ਲਿਆ, ਸੁਲਭੀ ਨੂੰ ਵੀ। ਹੁਣ ਆਹ ਤਰੀਕਾ ਅਪਣਾਇਆ, ਤਿੰਨੇ ਵੇਰੀ ਤਿੰਨ ਉਪਾਅ ਕੀਤੇ, ਤਿੰਨੇ ਨਿਸ਼ਫਲ ਚਲੇ ਗਏ, ਪਰ ਚੰਦੂ ਨੂੰ ਫਿਰ ਵੀ ਅਕਲ ਨਹੀਂ ਆਉਂਦੀ। ਗੁਰੂ ਸਾਹਿਬ ਦੀ ਕਲਾ ਸਾਹਮਣੇ ਦਿਸ ਰਹੀ ਹੈ, ਫਿਰ ਵੀ ਇਹਨੂੰ ਅਕਲ ਨਹੀਂ ਆਉਂਦੀ। ਮਾੜੇ ਕਰਮ ਚਿਤ ਵਰੇ ਹੈ, ਆਪਣਾ ਕਾਲ ਆਪ ਬੁਲਾ ਰਿਹਾ। ਉਹ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਪਾਵਨ ਕਥਾ, ਗੁਰੂ ਘਰ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ